ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤ ਗਿਆਨ ਯੂਟਿਊਬ ਚੈਨਲ ਵੱਲੋਂ ਜੋ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਅਗਲਾ ਸਵਾਲ ਜਵਾਬ ਦਾ ਐਪੀਸੋਡ ਜੋ ਕਿ ਤੁਹਾਡੇ ਸਨਮੁਖ ਮੈਂ ਰੱਖਣ ਲੱਗਿਆ, ਇਹਦਾ ਭਾਗ ਹੈ 49 ਯਾਨੀ ਕਿ 49। ਇਹਦੇ ਵਿੱਚ ਅਸੀਂ 5 ਸਵਾਲ ਚੁਣੇ ਨੇ ਅਤੇ ਇਹਨਾਂ 5 ਸਵਾਲਾਂ ਦੇ 10 ਜਵਾਬ ਦੇਣ ਦਾ ਯਤਨ ਕਰੇਗਾ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਕੋਈ ਨਵੀਂ ਗੱਲ ਪੁੱਛੀ ਜਾਇਆ ਕਰੇ ਤਾਂ ਕਿ ਸਾਡਾ ਮਾਨਸਿਕ ਵਿਕਾਸ ਹੋ ਸਕੇ, ਮਨਾਂ ਦੇ ਅੰਦਰੋਂ ਸ਼ੰਕੇ ਦੂਰ ਹੋ ਸਕਣ ਅਤੇ ਗੁਰਬਾਣੀ ਨੂੰ ਅਸੀਂ ਵਿਗਿਆਨਕ ਤਰੀਕੇ ਨਾਲ ਸਮਝਣ ਦੇ ਯੋਗ ਬਣ ਸਕੀਏ। ਸਾਧ ਸੰਤ ਅਤੇ ਹੋਰ ਜਿਹੜੇ ਕਰਮਕਾਂਡੀ ਆਦਿਕ ਲੋਕ ਨੇ ਉਹਨਾਂ ਦੇ ਪਿੱਛੇ ਲੱਗ ਨਾ ਬਣੀਏ, ਸਗੋਂ ਆਪਣੇ ਦਿਮਾਗ ਨੂੰ ਇਤਨਾ ਕੁ ਵਿਕਸਿਤ ਕਰੀਏ ਅਤੇ ਅਸੀਂ ਫੈਸਲਾ ਲੈਣ ਦਾ ਖੁਦ ਯੋਗਤਾ ਆਪਣੇ ਅੰਦਰ ਪੈਦਾ ਕਰ ਲਈਏ। ਅਤੇ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ। ਆਓ ਸਭ ਤੋਂ ਪਹਿਲਾਂ ਅੱਜ ਸਵਾਲ ਨੰਬਰ 441, ਇਹ ਹੈ ਭਾਈ ਰਣਜੀਤ ਸਿੰਘ ਮਾਨਗੜ੍ਹ, ਜ਼ਿਲ੍ਹਾ ਫਤਿਹਗੜ੍ਹ ਤੋਂ। ਇਹਨਾਂ ਦਾ ਸਵਾਲ ਹੈ, ਅੱਜ ਦੇ ਸਮੇਂ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ? ਇਨਸਾਨ ਦੇ ਦੁੱਖ ਸੁੱਖ ਦਾ ਕੀ ਕਾਰਨ ਹੈ? ਬਹੁਤੇ ਲੋਕ ਕਹਿੰਦੇ ਨੇ ਇਹ ਪਿਛਲੇ ਕੀਤੇ ਮਾੜੇ ਚੰਗੇ ਕਰਮਾਂ ਦਾ ਇਸ ਜਨਮ 'ਚ ਮਨੁੱਖ ਨੂੰ ਫਲ ਭੁਗਤਣਾ ਪੈਂਦਾ ਹੈ। ਇਹਦੇ ਬਾਰੇ ਕੁਝ ਦੱਸੋ। ਇੱਥੇ ਇਹ ਧਿਆਨ ਰਵੇ ਕਿ ਪਸ਼ੂ ਪੰਛੀ ਜੀਵ ਜੰਤੂ ਜਿੱਦਣ ਤੋਂ ਲੱਖਾਂ ਸਾਲ ਤੋਂ ਜਾਂ ਕਰੋੜਾਂ ਸਾਲਾਂ ਤੋਂ ਜਿੱਦਣ ਤੋਂ ਵੀ ਉਹਨਾਂ ਦੀ ਹੋਂਦ ਹਸਤੀ ਧਰਤੀ ਦੇ ਉੱਤੇ ਪ੍ਰਗਟ ਹੋਈ ਹੈ, ਉਹਨਾਂ ਦੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆਇਆ। ਇੱਕੋ ਤਰੀਕੇ ਨਾਲ ਉਹ ਪੀੜ੍ਹੀ ਦਰ ਪੀੜ੍ਹੀ ਉਸੇ ਤਰ੍ਹਾਂ ਚੱਲਦੇ ਜਾ ਰਹੇ ਨੇ। ਉਹਨਾਂ ਨੂੰ ਕੋਈ ਦੁੱਖ ਕੋਈ ਸੁੱਖ ਸਹੂਲਤ ਜਿਹੋ ਜਿਹਾ ਵੀ ਕੁਦਰਤ ਵੱਲੋਂ ਮਿਲਦਾ ਉਹ ਉਹਨਾਂ ਨੂੰ ਪ੍ਰਵਾਨ ਕਰਨਾ ਪੈਂਦਾ। ਉਹ ਤਬਦੀਲੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਦਿਮਾਗ ਨਹੀਂ ਹੈ। ਤੋ ਇਸੇ ਤਰ੍ਹਾਂ ਜੇ ਕਿਤੇ ਹਨੇਰੀਆਂ ਤੂਫਾਨ, ਕਿਤੇ ਭੁਚਾਲ ਆ ਜਾਣ ਜਾਂ ਬਹੁਤੀਆਂ ਬਰਸਾਤਾਂ ਆ ਜਾਣ ਤਾਂ ਉਹਦੇ ਨਾਲ ਬੇਅੰਤ ਤਬਾਹੀ ਮੱਚ ਜਾਂਦੀ ਹੈ। ਅਤੇ ਉੱਥੇ ਵੀ ਕਹਿ ਦਿੱਤਾ ਜਾਂਦਾ ਆਮ ਤੌਰ 'ਤੇ ਪੁਜਾਰੀ ਵੱਲੋਂ ਕਿ ਇਹ ਤਾਂ ਕਿਸਮਤ ਦਾ ਫਲ ਹੈ। ਅਤੇ ਉਹਦੇ ਵਿੱਚ ਨਸਲਾਂ ਦੀਆਂ ਨਸਲਾਂ ਤਬਾਹ ਹੋ ਜਾਂਦੀਆਂ ਨੇ, ਜੀਵ ਜੰਤੂ ਬੇਅੰਤ ਖਤਮ ਹੋ ਜਾਂਦੇ ਨੇ, ਮਨੁੱਖ ਵੀ ਰੁੜ ਜਾਂਦੇ ਨੇ। ਜਿਹੜੇ ਆਪਣੀ ਸਿਆਣਪ ਨਾਲ ਬਚ ਗਏ ਤਾਂ ਬਚ ਗਏ, ਉੱਥੇ ਰੱਬ ਦਾ ਕੋਈ ਉਹਦੇ ਵਿੱਚ ਲੈਣਾ ਦੇਣਾ ਨਹੀਂ ਹੈ। ਅਤੇ ਇੱਥੇ ਅੱਜ ਦੇ ਸਮੇਂ ਵਿੱਚ ਰਹੀ ਗੱਲ ਪਰਮਾਤਮਾ ਦੇ ਪਾਉਣ ਦੀ, ਇੱਥੇ ਤਾਂ ਦੁਨੀਆ ਦੇ ਪੁਜਾਰੀ ਤਬਕੇ ਨੇ ਇੱਕ ਪਰਮਾਤਮਾ ਨਹੀਂ, ਲੱਖਾਂ ਕਰੋੜਾਂ ਪਰਮਾਤਮਾ ਆਪਣੀ ਭ੍ਰਿਸ਼ਟ ਬੁੱਧੀ ਦੇ ਕਾਰਨ ਪੈਦਾ ਕਰਕੇ ਲੋਕਾਂ ਦੇ ਮੱਥੇ ਮੜ ਦਿੱਤੇ ਨੇ। ਭਾਵ ਕਿ ਰੱਬਾਂ ਦੀਆਂ ਲਾਈਨਾਂ ਲਾ ਦਿੱਤੀਆਂ ਨੇ ਕਿ ਆਹ ਵੀ ਰੱਬ ਹੈ, ਆਹ ਵੀ ਰੱਬ ਹੈ। ਅੱਜ ਵੀ ਭਾਰਤ ਦੇ ਵਿੱਚ ਕਿੰਨੇ ਚੀਜ਼ਾਂ ਨੂੰ ਲੋਕੀ ਮੱਥੇ ਟੇਕ ਰਹੇ ਨੇ, ਨਮਸਕਾਰਾਂ ਕਰ ਰਹੇ ਨੇ, ਦੇਵੀ ਦੇਵਤਿਆਂ ਦੇ ਅੱਗੇ ਬੱਕਰੇ ਝਟਕਾ ਰਹੇ ਨੇ ਅਤੇ ਖੁਦ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਬੱਕਰੇ ਵੱਢੇ ਜਾ ਰਹੇ ਨੇ, ਹਜ਼ੂਰ ਸਾਹਿਬ ਵਗੈਰਾ। ਅਤੇ ਇਸੇ ਤਰ੍ਹਾਂ ਹਿੰਦੂ ਸਮਾਜ ਦੇ ਵਿੱਚ ਪਸ਼ੂਆਂ ਦੀ ਬਲੀ ਅੱਜ ਤੱਕ ਦਿੱਤੀ ਜਾ ਰਹੀ ਹੈ। ਮੁਸਲਮਾਨਾਂ ਦੇ ਵਿੱਚ ਤਾਂ ਬਹੁਤ ਜਿੱਦਣ ਦਾ 1400 ਸਾਲਾਂ ਤੋਂ ਇਸਲਾਮ ਧਰਮ ਬਣਿਆ ਉਦੋਂ ਤੋਂ ਕੁਰਬਾਨੀ ਜਾਂ ਬਲੀ ਅੱਜ ਤੱਕ ਜਾਨਵਰਾਂ ਦੀ ਦਿੱਤੀ ਜਾ ਰਹੀ ਹੈ, ਉਹਨੂੰ ਹਲਾਲ ਕਰਨਾ ਕਹਿੰਦੇ ਨੇ। ਅਤੇ ਮਨੁੱਖਾਂ ਦੀ ਬਲੀ ਵੀ ਪੁਰਾਤਨ ਸਮੇਂ 'ਚ ਦਿੱਤੀ ਜਾ ਰਹੀ ਹੈ ਰੱਬ ਨੂੰ ਖੁਸ਼ ਕਰਨ ਵਾਸਤੇ। ਇਹ ਸਾਰਾ ਕੁਝ ਹੋਇਆ ਅਤੇ ਬੇਅੰਤ ਕਿਸਮ ਦੇ ਰੱਬ ਪੈਦਾ ਇੱਥੇ ਕੀਤੇ ਗਏ ਨੇ। ਭਾਵ ਕਿ ਪੁਜਾਰੀ ਦੀ ਮੰਦੀ ਸੋਚ ਦੇ ਕਾਰਨ ਲੋਕਾਂ ਨੂੰ ਲੁੱਟਣ ਵਾਸਤੇ ਇਸ ਤਰ੍ਹਾਂ ਬਹੁਤ ਤਰ੍ਹਾਂ ਦੇ ਰੱਬ ਲੋਕਾਂ ਦੇ ਸਾਹਮਣੇ ਪਰੋਸ ਦਿੱਤੇ ਅਤੇ ਲੋਕੀ ਵਿਚਾਰੇ ਵਿੱਦਿਆ ਤੋਂ ਹੀਣੇ ਹੋਣ ਕਰਕੇ ਜਿਵੇਂ ਪੁਜਾਰੀ ਤਬਕਾ ਧਰਮ ਦਾ ਚੋਲਾ ਪਾ ਕੇ ਮੂਰਤੀ ਆਦਿਕ ਦਾ ਜਾਂ ਕਿਸੇ ਕਿਤਾਬ ਦਾ ਸਹਾਰਾ ਲੈ ਕੇ ਜੋ ਕੁਝ ਲੋਕਾਂ ਨੂੰ ਕਹਿੰਦਾ ਸੀ ਅਤੇ ਲੋਕੀ ਉਹ ਮੰਨਣ ਵਾਸਤੇ ਮਜਬੂਰ ਸੀ, ਕਿਉਂਕਿ ਉਹਨਾਂ ਕੋਲੇ ਗਿਆਨ ਲੈਣ ਦਾ ਹੋਰ ਕੋਈ ਉਹਨਾਂ ਸਮੇਂ 'ਚ ਤਰੀਕਾ ਨਹੀਂ ਸੀ। ਤਾਂ ਇੱਥੇ ਅੱਜ ਦੇ ਸਮੇਂ ਵਿੱਚ ਸਾਨੂੰ ਪਰਮਾਤਮਾ ਦੀ ਲੋੜ ਨਹੀਂ ਹੈ। ਇੱਥੇ ਮੈਂ ਦੱਸ ਦਿਆਂ ਕਿ ਪਰਮਾਤਮਾ ਨੇ ਜੇ ਇਹਦੇ ਪਿੱਛੇ ਰੱਬ ਹੈ ਤਾਂ ਸੂਰਜ ਸਾਨੂੰ ਪਹਿਲਾਂ ਹੀ ਬਿਨਾਂ ਮੰਗੇ ਰੱਬ ਨੇ ਦੇ ਦਿੱਤਾ ਹੈ। ਧਰਤੀ ਸਾਨੂੰ ਪਹਿਲਾਂ ਹੀ ਬਿਨਾਂ ਮੰਗੇ ਦੇ ਦਿੱਤੀ ਹੈ। ਧਰਤੀ ਦੇ ਵਿੱਚ ਅਨੰਤ ਪਦਾਰਥ ਸਾਡੇ ਬਿਨਾਂ ਮੰਗੇ ਪਹਿਲਾਂ ਹੀ ਰੱਬ ਨੇ ਰੱਖ ਦਿੱਤੇ ਨੇ। ਹਵਾ, ਅੱਗ, ਪਾਣੀ ਆਦਿਕ ਪਹਿਲਾਂ ਹੀ
ਇੱਥੇ ਮੌਜੂਦ ਨੇ, ਸਾਨੂੰ ਰੱਬ ਨੇ ਦੇ ਦਿੱਤੇ ਨੇ। ਹੁਣ ਜਿਹੜੀਆਂ ਚੀਜ਼ਾਂ ਸਾਡੇ ਕੋਲੇ ਪਹਿਲਾਂ ਹੀ ਮੌਜੂਦ ਨੇ ਤੇ ਵਰਤੋਂ ਤਾਂ ਅਸੀਂ ਉਹਨਾਂ ਦੀ ਕਰਨੀ ਸਿੱਖਣ ਨੂੰ ਤਿਆਰ ਨਹੀਂ ਹਾਂ, ਤੇ ਰੱਬ ਤੋਂ ਹੋਰ ਕੁਝ ਮੰਗੀ ਜਾ ਰਹੇ ਹਾਂ ਤੇ ਕਹਿ ਰਹੇ ਹਾਂ ਕਿ ਰੱਬ ਨਹੀਂ ਸਾਨੂੰ ਦਿੰਦਾ। ਤੋ ਇਹ ਸਾਰਾ ਕੁਝ ਪੁਜਾਰੀ ਨੇ ਸਾਡੀ ਬੁੱਧੀ ਵਿਕਸਿਤ ਹੋਣ ਤੋਂ ਰੋਕ ਦਿੱਤੀ ਹੈ। ਸਾਨੂੰ ਇਸ ਵਕਤ ਰੱਬ ਨੂੰ ਮਿਲਣ ਦੀ ਲੋੜ ਨਹੀਂ ਹੈ, ਰੱਬ ਵੱਲੋਂ ਦਿੱਤੀਆਂ ਦਾਤਾਂ ਨੂੰ ਧੰਨਵਾਦ ਸਹਿਤ ਵਰਤਣਾ ਸਿੱਖਣ ਦੀ ਲੋੜ ਹੈ ਕਿ ਵਾਹ, ਸਾਡੇ ਸਰੀਰ ਦੇ ਕਿੰਨੇ ਲਾਜਵਾਬ ਅੰਗ ਨੇ, ਕਿੰਨੇ ਸੁੱਖ ਸਵਾਦ ਇਹਨਾਂ ਅੰਗਾਂ ਦੇ ਰਾਹੀਂ ਅਸੀਂ ਮਾਣਦੇ ਹਾਂ, ਤੇ ਕਿੰਨਾ ਸੋਹਣਾ ਸਰੀਰ ਸਾਨੂੰ ਦੇ ਦਿੱਤਾ ਹੈ। ਇਹ ਤਾਂ ਬਹੁਤ ਵੱਡਾ ਤੋਹਫਾ ਮੈਨੂੰ ਕੁਦਰਤ ਨੇ ਦੇ ਦਿੱਤਾ, ਇਹ ਤਾਂ ਧੰਨਵਾਦ ਹੈ ਉਹਦਾ। ਇਹ ਚੀਜ਼ਾਂ ਅਸੀਂ ਆਪਣਾ ਧਰਤੀ ਦੇ ਉੱਤੇ ਰਹਿਣ ਦਾ ਤੌਰ ਤਰੀਕਾ ਸਿੱਖਣਾ ਸੀ, ਨਾ ਕਿ ਰੱਬ ਨੂੰ ਕਿਤੇ ਪਾਉਣਾ। ਰੱਬ ਕੋਈ ਸਰੀਰ ਧਾਰੀ ਨਹੀਂ ਹੈ ਜਿਹੜਾ ਕਿ ਸਾਨੂੰ ਮਿਲ ਜਾਵੇਗਾ। ਹਰ ਕੋਈ ਰੱਬ ਨੂੰ ਆਪਣੇ ਤੌਰ 'ਤੇ ਮੰਨਦਾ ਹੈ, ਆਪਣੇ ਤੌਰ 'ਤੇ ਪੂਜਾ ਕਰਦਾ ਹੈ। ਆਪਣੇ ਵੱਖੋ ਵੱਖਰੇ ਸਾਰਿਆਂ ਦੇ ਮੰਤਰ ਨੇ, ਰੱਬ ਬਾਰੇ ਵੱਖੋ ਵੱਖਰੇ ਵਿਚਾਰ ਨੇ, ਵੱਖੋ ਵੱਖਰੇ ਵੱਡੇ ਵੱਡੇ ਗ੍ਰੰਥ ਨੇ ਰੱਬ ਬਾਰੇ, ਤੇ ਬਹੁਤ ਕੁਝ ਪੁਜਾਰੀਆਂ ਨੇ ਰੱਬ ਬਾਰੇ ਬੋਲ ਦਿੱਤਾ। ਮਿਲਣ ਦੇ ਢੰਗਾਂ ਦਾ ਬੜਾ ਵਿਸਥਾਰ ਨਾਲ ਉਹਨਾਂ ਨੇ ਸਮਾਜ ਨੂੰ, ਲੋਕਾਂ ਨੂੰ ਦੱਸ ਦਿੱਤਾ। ਪਰ ਰੱਬ ਕੋਈ ਸਰੀਰ ਧਾਰੀ ਹਸਤੀ ਨਹੀਂ ਹੈ ਜਿਹੜਾ ਕਿ ਸਾਨੂੰ ਮਿਲ ਜਾਵੇਗਾ। ਇਸ ਗੱਲ ਨੂੰ ਆਪਣੇ ਮਨ 'ਚੋਂ ਕੱਢ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦਾ ਉਪਰਾਲਾ ਕਰੋ। ਰੱਬ ਸਾਡੇ ਅੰਦਰ ਹੀ ਵਸਦਾ ਹੈ, ਉਸੇ ਦੀ ਕੁਦਰਤ ਦੇ ਵਿੱਚ ਅਸੀਂ ਆਨੰਦ ਮਾਣ ਰਹੇ ਹਾਂ ਤੇ ਕੁਦਰਤ ਦਾ ਅਸੀਂ ਅੰਗ ਹਾਂ। ਸਾਡੇ ਅੰਦਰ ਵੀ ਉਹਦੀ ਕੁਦਰਤ ਕੰਮ ਕਰ ਰਹੀ ਹੈ ਕਿ ਅਸੀਂ ਕਿੰਨੇ ਸੋਹਣੇ ਸਰੀਰ ਦੇ ਨਾਲ ਕਿੰਨੇ ਵਧੀਆ ਕੰਮ ਕਰਦੇ ਹਾਂ, ਤੇ ਜਾਂ ਫਿਰ ਮਲੀਨ ਬੁੱਧੀ ਨਾਲ ਘਟੀਆ ਕੰਮ ਵੀ ਕਰਦੇ ਹਾਂ। ਸੋ ਪਰਮਾਤਮਾ ਨੂੰ ਜਾਣਨ ਦੀ ਲੋੜ ਹੈ, ਨਾ ਕਿ ਲੱਭਣ ਦੀ ਲੋੜ ਹੈ। ਜਾਣਨ ਤੋਂ ਮੇਰਾ ਭਾਵ ਹੈ ਕਿ ਉਹ ਕੁਦਰਤ ਦੇ ਵਿੱਚ ਕਿਵੇਂ ਵਰਤਿਆ ਹੋਇਆ ਤੇ ਕਿਵੇਂ ਕੁਦਰਤ ਦੇ ਰਾਹੀਂ ਸਾਨੂੰ ਸਾਰੇ ਪਦਾਰਥ ਦੇ ਰਿਹਾ ਹੈ। ਤੇ ਇੱਥੇ ਇਹਦੀ ਪ੍ਰਾਪਤੀ ਵਾਲੀ ਕੋਈ ਵੀ ਗੱਲ ਨਹੀਂ ਹੈ। ਇਹ ਅਨਪੜ੍ਹਤਾ ਦੇ ਕਾਰਨ ਪੁਜਾਰੀ ਤਬਕੇ ਨੇ ਲੋਕਾਂ ਦੇ ਮਨਾਂ 'ਚ ਇਹ ਗੱਲ ਪਾ ਦਿੱਤੀ ਸੀ। ਤੇ ਕਹਿੰਦੇ ਇਹ ਵੀ ਕਿਹਾ ਜਾਂਦਾ ਹੈ, ਇਨਸਾਨ ਦੇ ਦੁੱਖ ਸੁੱਖ ਦਾ ਕੀ ਕਾਰਨ ਹੈ? ਦੁੱਖ ਸੁੱਖ ਦਾ ਕਾਰਨ ਹੈ ਆਪਣੀ ਅਗਿਆਨਤਾ, ਆਪਣੀ ਨਾ ਸਮਝੀ। ਜਿਨ੍ਹਾਂ ਦਾ ਮਾਨਸਿਕ ਵਿਕਾਸ ਹੋ ਗਿਆ, ਉਹਨਾਂ ਨੇ ਬੇਅੰਤ ਸੁੱਖ ਸਹੂਲਤਾਂ ਪੈਦਾ ਕਰ ਲਈਆਂ। ਆਪਣੇ ਲੋਕਾਂ ਨੂੰ ਤਾਂ ਸਹੂਲਤਾਂ ਦਿੱਤੀਆਂ, ਬਲਕਿ ਪਹਿਲਾਂ ਉਹਨਾਂ ਨੇ ਪਸ਼ੂਆਂ ਨੂੰ ਗੁਲਾਮ ਬਣਾਇਆ। ਫਿਰ ਉਹਨਾਂ ਨੇ ਘੱਟ ਅਕਲ ਵਾਲੇ ਲੋਕਾਂ ਨੂੰ, ਮਨੁੱਖਾਂ ਨੂੰ ਆਪਣੇ ਗੁਲਾਮ ਬਣਾਇਆ। ਉਹਨਾਂ ਦੇ ਵਧੀਆ ਪਦਾਰਥ, ਧਰਤੀ ਆਦਿਕ ਆਪਣੇ ਕਬਜ਼ੇ ਵਿੱਚ ਕਰ ਲਈ, ਤੇ ਇਸ ਤਰ੍ਹਾਂ ਕਬਜ਼ਾ ਕਰਕੇ ਉਹ ਤੇ ਅਮੀਰ ਹੁੰਦੇ ਗਏ, ਤੇ ਜਿਹੜੀਆਂ ਧਿਰਾਂ ਗੁਲਾਮ ਬਣ ਗਈਆਂ ਉਹ ਗਰੀਬ ਹੁੰਦੀਆਂ ਗਈਆਂ, ਤੇ ਉਹਨਾਂ ਦਾ ਮਾਨਸਿਕ ਵਿਕਾਸ ਵੀ ਰੁਕ ਗਿਆ। ਇਸ ਤਰ੍ਹਾਂ ਇਹ ਪਿਛਲੇ ਜਨਮਾਂ ਦਾ ਕੋਈ ਗੱਲ ਨਹੀਂ ਸੀ, ਬਲਕਿ ਸਾਡੀ ਨਾਸਮਝੀ ਦਾ ਕਾਰਨ ਸੀ। ਜਿਹੜੇ ਲੋਕਾਂ ਨੂੰ ਗਿਆਨ ਆਉਂਦਾ ਗਿਆ, ਅਕਲ ਆਉਂਦੀ ਗਈ, ਬੁੱਧੀ ਵਿਕਸਿਤ ਹੁੰਦੀ ਗਈ, ਉਹ ਸੁੱਖ ਸਹੂਲਤਾਂ ਪੈਦਾ ਕਰਦੇ ਗਏ, ਗੁਲਾਮੀ ਦੇ ਸੰਗਲ ਤੋੜਦੇ ਗਏ। ਤੇ ਗੁਰੂ ਸਾਹਿਬ ਨੇ ਵੀ ਇਹ ਕੀਤਾ, ਦੁਨੀਆ ਦੇ ਹੋਰ ਲੋਕਾਂ ਨੇ ਵੀ ਕੀਤਾ ਕਿ ਆਪਣੇ ਲੋਕਾਂ ਨੂੰ ਗਿਆਨ ਅਕਲ ਦਿਓ, ਹਿੰਮਤ ਹੌਸਲਾ ਦਿਓ, ਤੇ ਇਹਨਾਂ ਨੂੰ ਇੱਕ ਰੱਬ ਦੇ ਬਾਰੇ ਜੋ ਉਹਦਾ ਸੰਕਲਪ ਹੈ ਉਹਦੇ ਬਾਰੇ ਸਮਝਾਓ, ਏਕਤਾ ਦੇ ਸੂਤਰ ਵਿੱਚ ਪਰੋ, ਅਤੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ ਇਹਨਾਂ ਨੂੰ ਤਿਆਰ ਕਰੋ। ਤੇ ਇਹ ਜਿਹੜਾ ਪਿਛਲੇ ਜਨਮਾਂ ਦਾ, ਅਗਲੇ ਜਨਮਾਂ ਦਾ ਕੋਈ ਫਲ ਆਦਿਕ ਨਹੀਂ ਹੈ। ਤੇ ਜਿਹੜਾ ਕੁਝ ਹੈ ਅਗਲਾ ਪਿਛਲਾ ਜਨਮ ਹੈ। ਮੈਂ ਆਪਣੇ ਮਾਤਾ ਪਿਤਾ ਦਾ ਅਗਲਾ ਜਨਮ ਹਾਂ, ਮੇਰੇ ਬੱਚੇ ਮੇਰਾ ਅਗਲਾ ਜਨਮ ਨੇ। ਇਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਇਹ ਆਪਣੀ ਔਲਾਦ ਹੈ ਜਿਹੜੀ, ਉਹੀ ਅੱਗੇ ਤੋਂ ਅੱਗੇ ਅਗਲਾ ਜਨਮ ਹੁੰਦੀ ਹੈ। ਹੋਰ ਆਕਾਸ਼ 'ਚੋਂ ਉਤਰ ਕੇ ਅਗਲਾ ਪਿਛਲਾ ਜਨਮ ਕਿਤੇ ਜਾਂਦਾ ਨਹੀਂ, ਕਿਤੇ ਆਉਂਦਾ ਨਹੀਂ। ਸੋ ਅਸੀਂ ਹੀ ਨਸਲੀ ਤੌਰ 'ਤੇ ਅੱਗੇ ਤੋਂ ਅੱਗੇ ਜਨਮ ਲੈਂਦੇ ਹਾਂ, ਜਾਂ ਕੁਝ ਨਸਲਾਂ ਹੌਲੀ ਹੌਲੀ ਖਤਮ ਵੀ ਹੋ ਜਾਂਦੀਆਂ ਨੇ। ਤੇ ਜਿਨ੍ਹਾਂ ਲੋਕਾਂ ਨੂੰ ਅਕਲ ਸੀ, ਉਹਨਾਂ ਨੇ ਬਿਮਾਰੀਆਂ ਆਦਿਕ 'ਤੇ ਵੀ ਰੋਕ ਪਾ ਲਈ ਹੈ, ਕਾਬੂ ਪਾ ਲਿਆ ਹੈ। ਜਿਹੜੇ ਨਾ ਸਮਝ ਲੋਕ ਸੀ, ਉਹ ਰੱਬ ਅੱਗੇ ਜਾਂ ਆਪਣੇ ਦੇਵੀ ਦੇਵਤਿਆਂ ਅੱਗੇ ਮੱਥੇ ਤਾਂ ਟੇਕਦੇ ਰਹੇ, ਪਰ ਉਹ ਬਿਮਾਰੀਆਂ 'ਤੇ ਅਤੇ ਹੋਰ ਮੁਸੀਬਤਾਂ 'ਤੇ ਕੰਟਰੋਲ ਨਹੀਂ ਕਰ ਸਕੇ। ਤੋ ਇਸ ਤਰ੍ਹਾਂ ਅਸੀਂ ਧਿਆਨ ਰੱਖਣਾ ਹੈ। ਤੇ ਸਾਰਾ ਕੁਝ ਜੇ ਰੱਬ 'ਤੇ ਛੱਡ ਦਿਆਂਗੇ ਤਾਂ ਫਿਰ ਇੱਥੇ ਕਦੀ ਵੀ ਕੋਈ ਸੁਧਾਰ ਨਹੀਂ ਹੋਣਾ। ਸਾਨੂੰ ਸਾਰਾ ਕੁਝ ਰੱਬ ਨੇ ਬਣਾ ਕੇ ਇੱਥੇ ਨਹੀਂ ਦਿੱਤਾ, ਉਹਨੇ ਕੁਦਰਤੀ ਵਸਤਾਂ ਧਰਤੀ ਦੇ ਉੱਤੇ ਦੇ ਦਿੱਤੀਆਂ, ਉਹਦੀ ਵਰਤੋਂ ਅਸੀਂ ਕਰਨੀ ਹੈ। ਤੇ ਅਸੀਂ ਉਹਨਾਂ ਨੂੰ ਕਿਸ ਤਰੀਕੇ 'ਚ ਵਰਤਣਾ ਹੈ, ਇਹ ਸਾਡੀ ਅਕਲ 'ਤੇ ਨਿਰਭਰ ਹੈ। ਸਵਾਲ ਨੰਬਰ 442, ਇਹ ਵੀ ਸਵਾਲ ਭਾਈ ਰਣਜੀਤ ਸਿੰਘ ਮਾਨਗੜ੍ਹ ਦਾ ਹੀ ਹੈ। ਇਹਨਾਂ ਦਾ ਸਵਾਲ ਹੈ ਕਿ ਸੰਗਰਾਂਦ
ਸਿੱਖ ਧਰਮ ਦਾ ਹਿੱਸਾ ਹੈ। ਇਹ ਹਰ ਮਹੀਨੇ ਗੁਰਦੁਆਰਿਆਂ ਵਿੱਚ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਇਹਦੇ ਬਾਰੇ ਕੁਝ ਚਾਨਣਾ ਪਾਓ। ਗੁਰੂ ਪਿਆਰ ਵਾਲਿਓ, ਗੁਰਦੁਆਰਿਆਂ ਦੇ ਵਿੱਚ ਮੈਂ ਖੁਦ ਝਾੜੂ ਵੀ ਚੜ੍ਹਦੇ ਵੇਖੇ ਨੇ, ਭਾਵ ਕਿ ਝਾੜੂ ਇਕੱਠੇ ਕਰਕੇ ਲੋਕੀ ਗੁਰਦੁਆਰੇ 'ਚ ਰੱਖ ਕੇ ਜਾਂਦੇ ਨੇ, ਮੱਥਾ ਟੇਕ ਕੇ ਜਾਂਦੇ ਨੇ। ਲੂਣ ਵੀ ਗੁਰਦੁਆਰਿਆਂ 'ਚ ਨਮਕ ਚੜ੍ਹਾਇਆ ਜਾਂਦਾ ਹੈ, ਤੇਲ ਵੀ ਗੁਰਦੁਆਰਿਆਂ 'ਚ ਚੜ੍ਹਾਇਆ ਜਾਂਦਾ ਹੈ, ਅਤੇ ਬਹੁਤ ਕੁਝ ਹੈ ਜਿਹੜਾ ਕਿ ਗੁਰਮਤਿ ਤੋਂ ਉਲਟ ਗੁਰਦੁਆਰਿਆਂ 'ਚ ਦਿੱਤਾ ਜਾਂਦਾ ਹੈ, ਅਤੇ ਗੁਰਦੁਆਰਿਆਂ 'ਚ ਗੁਰਮਤਿ ਤੋਂ ਉਲਟ ਬਹੁਤ ਸਾਰੇ ਕੰਮ ਹੁੰਦੇ ਨੇ। ਗੁਰਬਾਣੀ ਨੂੰ ਮੱਥਾ ਵੀ ਸਿੱਖ ਟੇਕਦੇ ਨੇ, ਪੁਜਾਰੀ ਵੀ ਉੱਥੇ ਗੁਰਬਾਣੀ ਨੂੰ ਮਹਾਨ ਦੱਸਦੇ ਨੇ, ਪਰ ਗੁਰਬਾਣੀ 'ਚ ਲਿਖੇ ਉਪਦੇਸ਼ ਨੂੰ ਪਹਿਲੀ ਗੱਲ ਤਾਂ ਕੋਈ ਖੁਦ ਪੜ੍ਹਦਾ ਨਹੀਂ, ਜੇ ਪੜ੍ਹਦਾ ਹੈ ਤਾਂ ਉਹ ਸਮਝਦਾ ਨਹੀਂ, ਜੇ ਥੋੜ੍ਹੀ ਬਹੁਤੀ ਕੋਸ਼ਿਸ਼ ਕਰਕੇ ਸਮਝ ਆਉਂਦੀ ਹੈ ਤਾਂ ਉਹਨੂੰ ਆਪਣੀ ਜ਼ਿੰਦਗੀ 'ਚ, ਆਪਣੇ ਸਮਾਜ ਦੇ ਵਿੱਚ ਲਾਗੂ ਕਰਨ ਦਾ ਯਤਨ ਨਹੀਂ ਕਰਦਾ। ਗੁਰਬਾਣੀ ਨੇ ਚੰਗੇ ਮੰਦੇ ਦਿਨ ਦਿਹਾੜ ਨੂੰ ਸਾਰਿਆਂ ਨੂੰ ਰੱਦ ਕੀਤਾ, ਕਿਉਂਕਿ ਜੇ ਰੱਬ ਚੰਗਾ ਹੈ, ਰੱਬ ਗਲਤੀਆਂ ਨਹੀਂ ਕਰਦਾ, ਜਿਹੜਾ ਰੱਬ ਅੱਜ ਤੱਕ ਸਾਡੇ ਸਾਹਮਣੇ ਰੱਖਿਆ ਗਿਆ ਹੈ, ਅਤੇ ਫਿਰ ਉਹਨੇ ਦਿਨ ਮਾੜੇ ਕਿਵੇਂ ਬਣਾ ਦਿੱਤੇ ਅਤੇ ਚੰਗੇ ਕਿਵੇਂ ਬਣਾ ਦਿੱਤੇ। ਇਹ ਤਾਂ ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੈ, ਸਾ ਧਰਤੀ ਸਾ ਪੌਣ ਚੁਲਾਰੇ, ਜੀ ਜੁਗ ਖੇਲੈ ਥਾਮ ਕੈਸੇ। ਉਹ ਭਾਈ ਲੱਖਾਂ ਕਰੋੜਾਂ ਸਾਲਾਂ ਤੋਂ ਉਹੀ ਸੂਰਜ ਚੜ੍ਹਦਾ ਆ ਰਿਹਾ, ਉਹੀ ਧਰਤੀ ਹੈ, ਉਹੀ ਚੰਦ ਹੈ, ਉਹੀ ਤਾਰੇ ਨੇ, ਉਹੀ ਹਵਾ, ਅੱਗ, ਪੌਣ, ਪਾਣੀ, ਸਾਰਾ ਕੁਝ ਉਹੀ ਤੇ ਹੈ। ਇਹ ਚੰਗਾ ਮਾੜਾ ਕਦੋਂ ਤੋਂ ਸ਼ੁਰੂ ਹੋ ਗਿਆ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹਾਂ ਮੈਨੂੰ ਪਤਾ ਲੱਗ ਗਿਆ, ਸਮਝ ਆ ਗਈ ਹੈ ਮੈਨੂੰ ਇਸ ਗੱਲ ਦੀ, ਮੈਂ ਤੁਹਾਨੂੰ ਦੱਸਣ ਲੱਗਿਆ। ਤੁਹਾਡੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਤੁਹਾਨੂੰ ਤਾਂ ਚੰਗਾ ਮਾੜਾ ਇਹ ਨਜ਼ਰ ਆਉਣ ਲੱਗ ਪਿਆ। ਜੀਵਨ ਤਲਬ ਨਿਵਾਰ, ਹੋਵੈ ਪਰਵਾਣਾ ਕਰੈ ਧਿੰਗਾਣਾ, ਕਲ ਲੱਖਣ ਵਿਚਾਰ। ਕਲਯੁਗ ਦੇ ਮਾੜੇ ਚੰਗੇ ਦੇ ਆਹ ਲੱਛਣ ਨੇ ਕਿ ਤੁਹਾਡੀ ਆਪਣੀ ਬੁੱਧੀ ਕੁਰਾਹੇ ਪੈ ਗਈ, ਤੁਸੀਂ ਆਪਣੇ ਹੀ ਲੋਕਾਂ 'ਤੇ ਜ਼ੁਲਮ ਕਰਨ ਲੱਗ ਪਏ, ਲੁੱਟ ਕੇ ਖਾਣ ਲੱਗ ਪਏ। ਇਸ ਕਰਕੇ ਇਹਨੂੰ ਮੈਂ ਕਹਿ ਦਿੰਦਾ ਕਿ ਇਕੱਲਾ ਮਾੜਾ ਦਿਨ ਇੱਕ ਨਹੀਂ ਆਇਆ, ਬਲਕਿ ਸਾਰਾ ਯੁੱਗ ਹੀ ਕਲਯੁਗ ਹੋ ਗਿਆ। ਤੋ ਇਸ ਤਰ੍ਹਾਂ ਇਹ ਪੁਜਾਰੀ ਦੀਆਂ ਜੋ ਬਣਾਈਆਂ ਹੋਈਆਂ ਰਵਾਇਤਾਂ ਸੀ, ਗੁਰੂ ਨਾਨਕ ਸਾਹਿਬ ਨੇ ਉਹਨਾਂ 'ਤੇ ਕਰਾਰੀ ਚੋਟ ਮਾਰੀ ਹੈ। ਤਾਂ ਰਹੀ ਗੱਲ ਜਿਹੜੀ ਸੰਗਰਾਂਦ ਦੀ ਗੁਰਦੁਆਰਿਆਂ 'ਚ ਮਨਾਈ ਜਾ ਰਹੀ ਹੈ, ਬਹੁਤ ਕੁਝ ਗੁਰਦੁਆਰਿਆਂ 'ਚ ਇਹ ਕਹਿ ਲਈਏ ਕਿ 95% ਲਗਭਗ ਗੁਰਦੁਆਰਿਆਂ 'ਚ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਕੰਮ ਹੋ ਰਿਹਾ ਹੈ। ਅਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ, ਥਿਤ ਵਾਰ ਸੇਵੈ ਸੇ ਮੁਗਧ ਗਵਾਰ। ਜਿਹੜਾ ਦਿਨ ਅਤੇ ਵਾਰ ਨੂੰ ਚੰਗਾ ਜਾਂ ਮਾੜਾ ਗਿਣਦਾ ਉਹ ਮਹਾਮੂਰਖ ਇਨਸਾਨ ਹੈ, ਕਿਉਂਕਿ ਇਹ ਤਾਂ ਦਿਨ ਤਾਂ ਸਾਰੇ ਇਕਸਾਰ ਹੁੰਦੇ ਨੇ, ਰੱਬ ਨੇ ਬਣਾਏ ਨੇ ਜਿਵੇਂ ਕਿ ਕਿਹਾ ਗਿਆ, ਅਤੇ ਰੱਬ ਫਿਰ ਮਾੜੇ ਕਿਉਂ ਬਣਾਊਗਾ? ਮਾੜਾ ਤਾਂ ਅਸੀਂ ਆਪਣੇ ਆਪ ਨੂੰ ਬਣਾਇਆ, ਜਾਂ ਚੰਗਾ ਅਸੀਂ ਆਪਣੇ ਆਪ ਨੂੰ ਬਣਾਇਆ, ਨਾ ਕਿ ਦਿਨ ਚੰਗੇ ਜਾਂ ਮਾੜੇ ਨੇ। ਇਹਨਾਂ ਦਿਨਾਂ ਦੇ ਵਿੱਚ ਤਾਂ ਸੂਰਜ, ਚੰਦ, ਤਾਰੇ ਸਭ ਕੁਝ ਉਹੀ ਹੈ। ਥਿਤ ਵਾਰ ਸੇਵੈ ਮੁਗਧ ਗਵਾਰ, ਮਾਹ ਦਿਵਸ ਮੂਰਤ ਭਲੇ। ਸਾਰੇ ਹੀ ਮਹੀਨੇ, ਦਿਨ, ਮਹੂਰਤ ਇਹ ਸਾਰੇ ਹੀ ਭਲੇ ਨੇ, ਕੋਈ ਵੀ ਮਾੜਾ ਨਹੀਂ ਹੈ। ਪਰ ਪੁਜਾਰੀ ਤਬਕੇ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਅੱਗੇ ਅਨਪੜ੍ਹਤਾ ਬਹੁਤ ਸੀ, ਅਗਿਆਨਤਾ ਬਹੁਤ ਸੀ, ਕਿਸੇ ਵੀ ਗੱਲ ਦੀ ਕੋਈ ਆਪਣੇ ਆਪ ਨੂੰ ਸਮਝ ਨਹੀਂ ਸੀ। ਖੇਤਾਂ 'ਚ ਜੇ ਫਸਲ ਬੀਜਣੀ ਹੈ ਤਾਂ ਵੀ ਪੁਜਾਰੀ ਤੋਂ ਪੁੱਛਣਾ ਕਿ ਬਾਬਾ ਜੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਹੁਣ ਅਸੀਂ ਆਪਣੇ ਖੇਤਾਂ ਦੇ ਵਿੱਚ ਫਸਲ ਬੀਜ ਸਕਦੇ ਹਾਂ, ਧਰਤੀ ਜਾਗਦੀ ਹੈ? ਤਾਂ ਪੁਜਾਰੀ ਨੇ ਆਪਣੀ ਪੱਤਰੀ ਖੋਲ੍ਹ ਕੇ ਪੁੱਠੇ ਸਿੱਧੇ ਵਰਕੇ ਪਲਟ ਕੇ ਉਹ ਕਹਿ ਦੇਣਾ ਕਿ ਹਾਲੇ ਧਰਤੀ ਜਾਗੀ ਹੈ ਕਿ ਨਹੀਂ ਜਾਗੀ ਹੈ। ਉਸ ਤਰ੍ਹਾਂ ਉਸ ਕਿਸਾਨ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ। ਅਤੇ ਫਿਰ ਇਸੇ ਤਰ੍ਹਾਂ ਹੋਰ ਜਿਹੜੇ ਵੀ ਕੰਮ, ਵਿਆਹ ਸ਼ਾਦੀ, ਜੰਮਣਾ ਮਰਨਾ, ਉਹ ਸਾਰਾ ਪੁਜਾਰੀ ਨੂੰ ਪੁੱਛ ਕੇ ਕੀਤਾ ਜਾਂਦਾ ਸੀ। ਅਤੇ ਘਰ ਦਾ ਹਿਸਾਬ ਕਿਤਾਬ ਵੀ ਕਈ ਵਾਰੀ ਪੁਜਾਰੀ ਤਬਕੇ ਦੇ ਹੱਥ ਵਿੱਚ ਹੀ ਹੁੰਦਾ ਸੀ। ਆਮ ਇਨਸਾਨ ਨੂੰ ਤੇ ਆਪਣੇ ਘਰ ਦਾ ਹਿਸਾਬ ਕਿਤਾਬ, ਦਾਣਾ ਫੱਕਾ, ਵਿਆਹ ਦਾ ਖਰਚਾ ਆਦਿਕ, ਉਹਨੂੰ ਤਾਂ ਇਹ ਵੀ ਲਿਖਣਾ ਪੜ੍ਹਨਾ ਕੁਝ ਨਹੀਂ ਸੀ ਆਉਂਦਾ। ਇਹ ਕਿਸੇ ਨਾ ਕਿਸੇ ਪੁਜਾਰੀ ਤੋਂ ਜਾਂ ਬਾਣੀਏ ਤੋਂ ਲਿਖਵਾ ਕੇ ਉਹ ਫਿਰ ਆਪਣੇ ਕੋਲੇ ਪਰਚੀ ਰੱਖ ਲੈਂਦੇ ਸੀ, ਜਾਂ ਫਿਰ ਬਹੀ ਖਾਤਾ ਜਿਹਨੂੰ ਕਹਿੰਦੇ ਸੀ, ਉਹ ਬਾਣੀਏ ਕੋਲੇ ਜਾਂ ਬ੍ਰਾਹਮਣ ਕੋਲੇ ਉਸ ਬਹੀ ਖਾਤੇ 'ਚ ਉਹ ਲਿਖ ਲੈਂਦਾ ਸੀ। ਅਤੇ ਜਿੰਨਾ ਕੁਝ ਮਰਜ਼ੀ ਉਹ ਕਿਸਾਨ ਨੂੰ ਜਾਂ ਕਿਸੇ ਹੋਰ ਅਣਜਾਣ ਬੰਦੇ ਨੂੰ ਕਹਿ ਕੇ ਦੱਸ ਦੇਵੇ ਕਿ ਤੁਹਾਡੇ ਸਿਰ ਇੰਨਾ ਕਰਜ਼ਾ ਹਾਲੇ ਬਾਕੀ ਹੈ, ਤੁਸੀਂ ਸਾਡੇ ਇੰਨੇ ਪੈਸੇ ਹੋਰ ਦੇਣੇ ਹੈ,
ਇੰਨਾ ਤੁਸੀਂ ਦਾਨ ਹੋਰ ਕਰਨਾ ਹੈ, ਇੰਨਾ ਤੁਹਾਨੂੰ ਪੁੰਨ ਲੱਗਣਾ ਹੈ। ਇਹ ਸਾਰਾ ਕੁਝ ਪੁਜਾਰੀ ਦੇ ਹੱਥ ਸੀ, ਆਮ ਇਨਸਾਨ ਦੀ ਅਕਲ ਕੰਮ ਨਹੀਂ ਕਰਦੀ ਸੀ। ਤੋ ਗੁਰਬਾਣੀ ਨੇ ਦਿਨਾਂ ਨੂੰ, ਮਹੀਨਿਆਂ ਨੂੰ ਸਾਰਿਆਂ ਨੂੰ ਇਕਸਾਰ ਮੰਨੇ ਹੈ। ਕਿਸੇ ਨੂੰ ਵੱਡਾ ਛੋਟਾ, ਚੰਗਾ ਮਾੜਾ, ਸ਼ੁਭ ਅਸ਼ੁਭ ਕਿਸੇ ਮਹੀਨੇ ਨੂੰ ਜਾਂ ਦਿਨ ਨੂੰ ਗੁਰਬਾਣੀ ਨੇ ਨਹੀਂ ਮੰਨਿਆ। ਤੇ ਅੱਜ ਸਾਡੇ ਕੋਲੇ ਅੰਗਰੇਜ਼ੀ ਦੇ ਮਹੀਨੇ, ਦਿਨ, ਤਰੀਕਾਂ ਆਦਿਕ ਆ ਗਈਆਂ ਨੇ। ਅੱਜ ਉਹਨਾਂ ਨੂੰ ਮੰਨਦੇ ਆ ਆਪਾਂ ਸਾਰਿਆਂ ਨੂੰ। ਉਹਨਾਂ ਦੇ ਵਿੱਚ ਮਾੜੇ ਚੰਗੇ ਦਾ ਮਸਲਾ ਹੀ ਕੋਈ ਨਹੀਂ ਹੈ। ਇਹ ਜਦੋਂ ਵੀ ਮਾੜੇ ਚੰਗੇ ਦਾ ਮਸਲਾ ਆਉਂਦਾ ਹੈ, ਇਹ ਸਾਡੇ ਵਾਲੇ ਦੇਸੀ ਮਹੀਨਿਆਂ 'ਚ ਆ ਕੇ ਵੜ ਜਾਂਦਾ ਹੈ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਪੁਜਾਰੀ ਤਬਕੇ ਨੇ ਪੀੜ੍ਹੀ ਦਰ ਪੀੜ੍ਹੀ ਇਹ ਚੀਜ਼ ਧਸਾ ਦਿੱਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਹ ਕੰਮ ਨਹੀਂ ਕਰਨਾ, ਇਹਨਾਂ ਦਿਨਾਂ 'ਚ ਆਹ ਕੰਮ ਕਰਨਾ ਹੈ। ਕਿਤੇ ਸ਼ਰਾਧਾਂ ਦੇ ਦਿਨ ਆ ਗਏ, ਕਿਤੇ ਹੋਲੀ ਦੀਵਾਲੀ ਦੇ ਦਿਨ ਆ ਗਏ, ਆਹ ਚੰਗੇ ਹੁੰਦੇ ਨੇ, ਸ਼ਰਾਧਾਂ ਦੇ ਦਿਨ ਮਾੜੇ ਹੁੰਦੇ ਨੇ, ਇਹ ਮਰਿਆ ਨਿਮਿਤ ਹੁੰਦੇ ਨੇ, ਇਹ ਜਨਮ ਦੇ ਨਿਮਿਤ ਹੁੰਦੇ ਨੇ। ਕਿੰਨਾ ਕੁਝ ਪੁਜਾਰੀ ਨੇ ਸਾਡੇ ਦਿਮਾਗਾਂ 'ਚ ਪਾ ਦਿੱਤਾ ਹੈ। ਅਸੀਂ ਤਾਂ ਇੰਨੇ ਨਿੱਘਰ ਗਏ ਹਾਂ, ਮਕਾਨ ਬਣਾਉਣ 'ਤੇ ਆਮ ਇਨਸਾਨ ਲੱਖਾਂ ਰੁਪਈਆ, ਕਰੋੜਾਂ ਰੁਪਈਆ ਲਾ ਦਿੰਦਾ ਹੈ, ਪਰ ਜਦੋਂ ਉਹਦੇ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਉਦੋਂ ਪੁਜਾਰੀ ਨੂੰ ਬੁਲਾਇਆ ਜਾਂਦਾ ਹੈ। ਪੁਜਾਰੀ ਭਾਵੇਂ ਸਿੱਖ ਰੂਪ ਵਾਲਾ ਹੋਵੇ ਤੇ ਭਾਵੇਂ ਹਿੰਦੂ ਰੂਪ ਵਾਲਾ ਹੋਵੇ। ਸਾਡੇ ਘਰ ਬੱਚੇ ਨੇ ਜਨਮ ਲਿਆ ਤੇ ਅਸੀਂ ਉਹਨੂੰ ਪਾਲਦੇ ਹਾਂ, ਜਨਮ ਦਿੰਦੇ ਹਾਂ, ਤੇ ਉਹਦੀਆਂ ਰਸਮਾਂ ਰੀਤਾਂ ਕਰਨ ਵਾਸਤੇ ਪੁਜਾਰੀ ਨੂੰ ਬੁਲਾਇਆ ਜਾਂਦਾ ਹੈ। ਉਹਦਾ ਨਾਮ ਰੱਖਣ ਵਾਸਤੇ ਪੁਜਾਰੀ ਨੂੰ ਬੁਲਾਇਆ ਜਾਂਦਾ ਹੈ। ਬੱਚਿਆਂ ਦੇ ਵਿਆਹ ਕਰਨੇ ਨੇ, ਬੱਚੇ ਪੜ੍ਹਾਏ ਅਸੀਂ, ਪਾਲੇ ਅਸੀਂ, ਪਰ ਵਿਆਹ ਵਕਤ ਪੁਜਾਰੀ ਆ ਕੇ ਰਸਮਾਂ ਰੀਤਾਂ ਕਰਦਾ, ਸਾਨੂੰ ਉਹਦੇ ਗੁਲਾਮ ਬਣਨਾ ਪੈ ਗਿਆ ਬੇਅਕਲੀ ਦੇ ਕਾਰਨ। ਇਸ ਤਰ੍ਹਾਂ ਮਰਗਤ ਦੇ ਟਾਈਮ 'ਤੇ ਜਿਹੜਾ ਵੀ ਭਾਣਾ ਵਾਪਰ ਗਿਆ ਤੇ ਉਹ ਪੁਜਾਰੀ ਆ ਕੇ ਰਸਮਾਂ ਪੂਰੀਆਂ ਕਰਦਾ। ਹਰ ਥਾਂ ਤੇ ਪੁਜਾਰੀ ਦੀ ਭੇਟਾ ਵੱਟ ਤੇ ਪਈ ਹੈ। ਪੁਜਾਰੀ ਨੂੰ ਬੈਠੇ ਬਿਠਾਏ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਹੀ ਨਹੀਂ, ਬਲਕਿ ਮਰਨ ਤੋਂ ਬਾਅਦ ਵੀ ਮਰਿਆ ਨਿਮਿਤ ਦਾਨ ਪੁੰਨ ਕਰਕੇ ਘਰੇ ਬੈਠੇ ਬਿਠਾਏ ਨੂੰ ਬਹੁਤ ਸਾਰੀ ਭੇਟਾ ਉਹਨੂੰ ਦੇ ਦਿੱਤੀ ਜਾਂਦੀ ਹੈ। ਇਹ ਗੁਰਦੁਆਰਿਆਂ 'ਚ ਵੀ ਹੋ ਰਿਹਾ ਤੇ ਇਹ ਮੰਦਰਾਂ ਦੇ ਵਿੱਚ ਵੀ ਹੋ ਰਿਹਾ। ਇਹ ਆਲੇ ਦੁਆਲੇ ਸਾਰੇ ਕਿਤੇ ਇਸੇ ਤਰ੍ਹਾਂ ਹੀ ਵਾਪਰ ਰਿਹਾ। ਅੱਜ ਤੱਕ ਵੀ ਤੁਸੀਂ ਕੀੜੀਆਂ ਨੂੰ ਜਾਂ ਪਸ਼ੂ ਪੰਛੀਆਂ ਨੂੰ ਤੁਸੀਂ ਅੰਨ ਦਾਣਾ ਪਾਉਂਦੇ ਲੋਕਾਂ ਨੂੰ ਵੇਖ ਸਕਦੇ ਹੋ। ਉੱਥੇ ਪਸ਼ੂ ਪੰਛੀਆਂ ਨੂੰ ਅੰਨ ਦਾਣਾ ਪਾਉਣ ਤਾਂ ਉਹ ਬੁਰਾ ਨਹੀਂ, ਪਰ ਉਹਦੇ ਪਿੱਛੇ ਜਿਹੜੀ ਭਾਵਨਾ ਛੁਪੀ ਹੋਈ ਹੈ ਕਿ ਇਹਦਾ ਮੈਨੂੰ ਪੁੰਨ ਲੱਗੇਗਾ, ਇਹ ਚਿੜੀਆਂ, ਇਹ ਕੀੜੀਆਂ ਮੇਰੇ 'ਤੇ ਖੁਸ਼ ਹੋਣਗੀਆਂ, ਅਸੀਸਾਂ ਦੇਣਗੀਆਂ ਤੇ ਫਿਰ ਮੇਰਾ ਭਲਾ ਹੋ ਜਾਵੇਗਾ, ਵਿਗੜੇ ਕਾਰਜ ਰਾਸ ਹੋ ਜਾਣਗੇ। ਅੱਜ ਤੱਕ ਵੀ ਇਹੋ ਜਿਹੇ ਲੋਕ ਮਿਲ ਜਾਂਦੇ ਨੇ। ਸੋ ਗੁਰਬਾਣੀ ਨੇ ਕਿਸੇ ਸੰਗਰਾਂਦ ਆਦਿਕ ਨੂੰ ਪ੍ਰਵਾਨ ਨਹੀਂ ਕੀਤਾ। ਕੋਈ ਦਿਨ ਚੰਗਾ ਜਾਂ ਮਾੜਾ ਨਹੀਂ ਹੈ, ਪਰ ਸਾਡੀ ਤਾਂ ਬਦਕਿਸਮਤੀ ਹੈ ਕਿ ਜਿਹੜੀ ਗੁਰਬਾਣੀ ਕਹਿੰਦੀ ਹੈ ਕਿ ਸਾਰੇ ਦਿਨ ਇਕਸਾਰ ਨੇ, ਉਸੇ ਗੁਰਬਾਣੀ ਦੀ ਹਜ਼ੂਰੀ 'ਚ ਬੈਠ ਕੇ ਚੰਗੇ ਅਤੇ ਮਾੜੇ ਦਿਨਾਂ ਦੀ ਪਛਾਣ ਕਰਦੇ ਨੇ, ਪ੍ਰਚਾਰ ਕਰਦੇ ਨੇ, ਸੰਗਤਾਂ ਨੂੰ ਕਹਿੰਦੇ ਨੇ ਕਿ ਸੰਗਤ ਜੀ ਅੱਜ ਬੜਾ ਪਵਿੱਤਰ ਦਿਹਾੜਾ ਹੈ ਸੰਗਰਾਂਦ ਦਾ, ਆਹ ਮਹੀਨਾ ਚੜ੍ਹ ਗਿਆ, ਆਹ ਮਹੀਨਾ ਖਤਮ ਹੋ ਗਿਆ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੰਗਰਾਂਦ ਵਾਲੇ ਦਿਨ ਕਿੰਨੀ ਵਾਰੀ ਮੁੜ ਕੇ ਦੁਬਾਰਾ ਮਹੀਨੇ ਦਾ ਉਹ ਦਿਨ ਬਾਰ ਦੁਹਰਾਇਆ ਜਾਂਦਾ ਹੈ ਕਿ ਚੇਤ ਦਾ ਮਹੀਨਾ ਹੈ ਤਾਂ ਕਈ ਵਾਰੀ ਉਹਨੂੰ ਪੜ੍ਹਨਾ, ਸਾਵਣ ਦਾ ਹੈ, ਮੱਘਰ ਦਾ ਹੈ, ਫੱਗਣ ਦਾ ਹੈ, ਜਿਹੜਾ ਵੀ ਮਹੀਨਾ ਹੈ ਉਹਨੂੰ ਬਾਰ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ ਜਾਂਦਾ ਤੇ ਅੰਦਰ ਬਿਠਾਇਆ ਜਾਂਦਾ ਕਿ ਇਹ ਦਿਨ ਗੁਰਬਾਣੀ 'ਚ ਲਿਖੇ ਹੋਏ ਨੇ, ਚੰਗੇ ਤੇ ਮਾੜੇ ਦਿਨ ਅਤੇ ਮਹੀਨੇ ਹੁੰਦੇ ਨੇ। ਜੇ ਤੁਸੀਂ ਗੁਰਬਾਣੀ ਥੋੜ੍ਹੀ ਜਿਹੀ ਪੜ੍ਹ ਲਓਗੇ ਤੇ ਫਿਰ ਤੁਹਾਡੇ ਪਾਪ ਉਤਰ ਜਾਣਗੇ। ਅਸਲ ਦੇ ਵਿੱਚ ਗੁਰਦੁਆਰੇ ਆ ਕੇ ਤੁਸੀਂ ਮੱਥਾ ਟੇਕ ਕੇ ਗੋਲਕ ਦੇ ਵਿੱਚ ਕੁਝ ਪੈਸੇ ਪਾਓ, ਪੁਜਾਰੀਆਂ ਦੇ ਢਿੱਡ ਭਰੋ ਤੇ ਫਿਰ ਦਿਨ ਚੰਗੇ ਬਣ ਜਾਣਗੇ। ਨਹੀਂ ਤਾਂ ਤੁਸੀਂ ਇਸ ਤਰ੍ਹਾਂ ਇਹਨਾਂ ਦਿਨਾਂ ਦੀ ਲਪੇਟ ਦੇ ਵਿੱਚ ਆ ਜਾਓਗੇ। ਸੋ ਗੁਰੂ ਪਿਆਰ ਵਾਲਿਓ, ਸਾਰੇ ਦਿਨ ਇਕਸਾਰ ਨੇ। ਗੁਰਬਾਣੀ ਸਾਰੇ ਦਿਨਾਂ ਨੂੰ ਇਕਸਾਰ ਮੰਨਦੀ ਹੈ, ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਮੰਨਦੀ। ਇਹ ਸਾਡੀਆਂ ਲੋੜਾਂ ਵਾਸਤੇ ਦਿਨਾਂ ਦੇ ਅਤੇ ਮਹੀਨਿਆਂ ਦੇ ਨਾਮ ਰੱਖੇ ਗਏ ਨੇ। ਮਾੜੇ ਚੰਗੇ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਸਾਨੂੰ ਬੇਵਕੂਫ ਬਣਾਇਆ ਹੈ ਪੁਜਾਰੀ ਤਬਕੇ ਨੇ। ਜਾਗਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ। ਸਵਾਲ ਨੰਬਰ 443, ਭਾਈ ਸਤਪਾਲ ਸਿੰਘ, ਪਿੰਡ ਲੀਹਾਂ, ਜ਼ਿਲ੍ਹਾ ਲੁਧਿਆਣਾ। ਇਹਨਾਂ ਦਾ ਸਵਾਲ ਹੈ, ਕੁਝ ਲਿਖਾਰੀ ਤੇ ਕਥਾਕਾਰ ਸ਼੍ਰੀ ਚੰਦ ਦੀ ਉਮਰ 150 ਸਾਲ ਦੱਸਦੇ ਨੇ, ਕੀ ਇਹ ਸੱਚ ਹੈ? ਗੁਰੂ ਪਿਆਰ ਵਾਲਿਓ, ਇਹ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦਾ ਬੇਟਾ ਸੀ। ਇਹਦੇ ਨਾਲ ਬਹੁਤ ਸਾਰੀਆਂ ਕਰਾਮਾਤੀ ਕਹਾਣੀਆਂ ਜੋੜੀਆਂ ਗਈਆਂ ਨੇ ਤੇ ਇਹਦੇ ਰਾਹੀਂ
ਗੁਰੂ ਸਾਹਿਬ ਦਾ ਬਹੁਤ ਥਾਵਾਂ 'ਤੇ ਅਪਮਾਨ ਵੀ ਕਰਾਇਆ ਗਿਆ ਹੈ ਅਤੇ ਇਹਨਾਂ ਦੀ ਗੱਦੀ ਵੀ ਵੱਖਰੀ ਚਲਾਈ ਹੋਈ ਹੈ। ਖੁਦ ਦਰਬਾਰ ਸਾਹਿਬ ਅੰਮ੍ਰਿਤਸਰ ਉਹਦੀਆਂ ਪਰਿਕਰਮਾ ਦੇ ਵਿੱਚ ਇਹਨਾਂ ਦੀ ਗੱਦੀ ਅੱਜ ਤੱਕ ਚੱਲ ਰਹੀ ਹੈ। ਇਹਨਾਂ ਦਾ ਡੇਰਾ ਅੱਜ ਤੱਕ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਬਣਿਆ ਹੋਇਆ ਵੇਖਿਆ ਜਾ ਸਕਦਾ ਹੈ। ਤੁਸੀਂ ਸਵੇਰ ਵੇਲੇ ਸ਼ਾਮ ਵੇਲੇ ਜਦੋਂ ਵੀ ਉਧਰੋਂ ਲਾਈਵ ਕੀਰਤਨ ਸੁਣਦੇ ਹੋ ਦੇਖਦੇ ਹੋ TV ਚੈਨਲ 'ਤੇ ਤਾਂ ਤੁਹਾਨੂੰ ਇਹ ਸਾਹਮਣੇ ਦੋ ਵੱਡੇ ਵੱਡੇ ਬੁਰਜ ਨਜ਼ਰ ਆ ਜਾਣਗੇ। ਉਹ ਸ਼੍ਰੀ ਚੰਦ ਦੀ ਯਾਦ ਦੇ ਵਿੱਚ ਡੇਰਾ ਬਣਿਆ ਹੋਇਆ ਹੈ। ਇੱਥੇ ਬੇਨਤੀ ਇਹ ਹੈ ਕਿ ਇਹਦੀ ਉਮਰ ਜਿੰਨੀ ਮਰਜ਼ੀ ਕੋਈ ਲੰਮੀ ਕਰੀ ਜਾਵੇ, ਕੋਈ ਪੁੱਛਣ ਵਾਲਾ ਥੋੜ੍ਹਾ ਹੈ। ਅਤੇ ਸਾਡੇ ਜਿਹੜੇ ਮੁਖੀ ਪ੍ਰਚਾਰਕ ਨੇ ਅਤੇ ਪ੍ਰਬੰਧਕ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਦਿਕ ਨੇ, ਉਹਨਾਂ ਨੇ ਇਤਿਹਾਸ ਨੂੰ ਸੋਧ ਕੇ ਲਿਖਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ। ਜੋ ਕੋਈ ਮਰਜ਼ੀ ਲਿਖੀ ਜਾਵੇ, ਜੋ ਕੋਈ ਮਰਜ਼ੀ ਸਟੇਜਾਂ 'ਤੇ ਬੋਲੀ ਜਾਵੇ, ਉਹਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੈ। ਤਾਂ ਇੱਥੋਂ ਤੱਕ ਕਿ ਸ਼੍ਰੀ ਚੰਦ ਨੇ ਆਪਣੀ ਬਾਂਹ ਇੰਨੀ ਲੰਮੀ ਕਰ ਲਈ, ਇੰਨੀ ਲੰਮੀ ਕਰ ਲਈ, ਉਹ ਤਾਂ ਕਈ ਸੌ ਕੋਹ ਜਾਂ ਯੋਜਨ ਲੰਮੀ ਹੋ ਕੇ ਆਪਣੇ ਦੂਜੇ ਭਰਾ ਦੇ ਪੁੱਤਰ ਨੂੰ ਆਕਾਸ਼ 'ਚੋਂ ਸੱਚਖੰਡ 'ਚੋਂ ਵਾਪਸ ਲਿਆਈ। ਸ਼੍ਰੀ ਚੰਦ ਦੀ ਬਾਂਹ ਇੰਨੀ ਲੰਮੀ ਹੋ ਗਈ, ਕਹਿੰਦੇ ਨੇ ਸ਼੍ਰੀ ਚੰਦ ਨੇ ਸੋਚਿਆ ਕਿ ਮੈਂ ਤਾਂ ਵਿਆਹ ਨਹੀਂ ਕਰਾਇਆ, ਜੇ ਮੇਰੇ ਦੂਜੇ ਭਰਾ ਦਾ ਕੋਈ ਬੱਚਾ ਨਾ ਰਿਹਾ ਅਤੇ ਉਹ ਵੀ ਇਸੇ ਤਰ੍ਹਾਂ ਸੱਚਖੰਡ ਨੂੰ ਚਲੇ ਗਏ, ਫਿਰ ਸਾਡੀ ਅੱਗੇ ਪੀੜ੍ਹੀ ਨਹੀਂ ਚੱਲਣੀ। ਉਹ ਭਲਿਆ ਲੋਕਾ, ਗੁਰੂ ਨਾਨਕ ਦੀ ਪੀੜ੍ਹੀ ਤਾਂ ਚੱਲ ਪਈ ਹੋਈ ਹੈ, ਉਹਨਾਂ ਦੀ ਵਿਚਾਰਧਾਰਾ ਸਾਰੇ ਪਾਸੇ ਫੈਲ ਗਈ ਹੈ। ਘਰ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਜਾ ਰਿਹਾ ਹੈ, ਨਮਸਕਾਰਾਂ ਕੀਤੀਆਂ ਜਾ ਰਹੀਆਂ ਨੇ। ਅਤੇ ਇੱਥੇ ਤਾਂ ਭਾਈ ਗੁਰਦਾਸ ਵਰਗੇ ਲਿਖਦੇ ਨੇ, ਘਰ ਘਰ ਬਾਬਾ ਗਾਵੀ ਹੈ, ਵੱਜਣ ਤਾਲ ਮਿਰਦੰਗ ਰਬਾਬਾ। ਭਾਈ ਗੁਰਦਾਸ ਤਾਂ ਕਹਿ ਰਿਹਾ ਕਿ ਘਰ ਘਰ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਹੋ ਰਹੀਆਂ ਨੇ, ਪਰ ਇਹ ਲੋਕ ਕਹਿੰਦੇ ਨੇ ਕਿ ਸ਼੍ਰੀ ਚੰਦ ਨੇ ਇੱਦਾਂ ਕੀਤਾ ਅਤੇ ਇੱਦਾਂ ਕੀਤਾ। ਇਹ ਸ਼੍ਰੀ ਚੰਦ ਨੂੰ ਵੱਡਾ ਬਣਾ ਕੇ ਪੇਸ਼ ਕਰ ਰਹੇ ਨੇ, ਕਿਉਂਕਿ ਸ਼੍ਰੀ ਚੰਦ ਦੀ ਲਿਖਤ ਕੋਈ ਨਹੀਂ ਹੈ ਅਤੇ ਉਹਦਾ ਨਾਮ ਵਰਤ ਕੇ ਆਪਣੀਆਂ ਮਨਮਾਨੀਆਂ ਜਿਵੇਂ ਕੋਈ ਦਿਲ ਚਾਹੇ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਲਿਖਤ ਸਾਡੇ ਕੋਲ ਮੌਜੂਦ ਹੈ ਅਤੇ ਉਹਦੇ ਵਿੱਚ ਜੇ ਕੋਈ ਬੰਦਾ ਗਲਤੀ ਕਰੇਗਾ, ਉਸ ਲਿਖਤ ਤੋਂ ਗੁਰਬਾਣੀ ਤੋਂ ਉਲਟ ਜਾਵੇਗਾ, ਤਾਂ ਅਸੀਂ ਉਹਨੂੰ ਕੰਨੋਂ ਪਕੜ ਸਕਦੇ ਹਾਂ ਕਿ ਜਿਹੜਾ ਕੰਮ ਤੂੰ ਕਰ ਰਿਹਾ ਭਾਈ, ਇਹ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਹੈ, ਇਹਨੂੰ ਛੱਡ ਦੇ, ਗੁਰਬਾਣੀ ਦੇ ਅਸੂਲਾਂ ਦੇ ਮੁਤਾਬਕ ਕੰਮ ਕਰ। ਆਹ ਦੇਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਲਿਖਿਆ ਪਿਆ। ਅਤੇ ਉਹ ਇਸੇ ਕਰਕੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਅਜਿਹੇ ਲੋਕ ਨਾਮ ਨਹੀਂ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਧਰਲੇ ਪਾਸੇ ਤਾਂ ਲਿਖਤੀ ਅਸੂਲ ਮੌਜੂਦ ਪਏ ਨੇ, ਸ਼੍ਰੀ ਚੰਦ ਵਾਲੇ ਪਾਸੇ ਮਨਮਾਨੀਆਂ ਕਰਨ ਦੀ ਖੁੱਲ੍ਹੀ ਛੁੱਟੀ ਹੈ। ਇਹਦੀ ਉਮਰ ਭਾਵੇਂ ਕੋਈ 150 ਸਾਲ ਕਹਿ ਦਿਓ, 125 ਸਾਲ ਕਹਿ ਦਿਓ, 100 ਸਾਲ ਕਹਿ ਦਿਓ, ਕੋਈ ਰੋਕਣ ਵਾਲਾ ਨਹੀਂ ਹੈ। ਜਦੋਂ ਕਿ ਇਹਦੀ ਉਮਰ ਇੰਨੀ ਨਹੀਂ ਸੀ, ਇਹ ਨਿਰਾ ਕੁਫਰ ਤੋਲਿਆ ਗਿਆ, ਝੂਠ ਬੋਲਿਆ ਗਿਆ ਅਤੇ ਇੰਨੀ ਉਮਰ ਉਹਨਾਂ ਜ਼ਮਾਨਿਆਂ 'ਚ ਹੋਣੀ ਸੰਭਵ ਹੀ ਨਹੀਂ ਸੀ। 100 ਸਾਲ ਤੱਕ ਉਮਰ ਅੱਜ ਵੀ ਮਸੀਂ ਕਿਸੇ ਦੀ ਹੁੰਦੀ ਹੈ, ਨਹੀਂ ਤਾਂ ਬਹੁਤ ਵਿਰਲੇ ਲੋਕ ਨੇ ਜਿਹੜੇ 100 ਸਾਲ ਤੱਕ ਪਹੁੰਚਦੇ ਨੇ। ਅਤੇ ਅੱਜ ਵੀ ਜਿਹੜੀ ਉਮਰ ਹੈ 70-80 ਸਾਲ ਤੱਕ ਹੀ ਆਮ ਤੌਰ 'ਤੇ ਆਪਾਂ ਦੇਖਦੇ ਹਾਂ। ਉਦੋਂ ਬਾਅਦ ਬੰਦਾ ਮੰਜੀ 'ਤੇ ਬਹਿ ਜਾਂਦਾ, ਤੁਰਨ ਫਿਰਨ ਜੋਗਾ ਨਹੀਂ ਰਹਿੰਦਾ। ਇਲਾਜ ਭਾਵੇਂ ਬਹੁਤ ਚੱਲ ਪਏ ਨੇ, ਫਿਰ ਵੀ ਸਰੀਰ ਦੇ ਵਿੱਚ ਕਮਜ਼ੋਰੀਆਂ ਤਾਂ ਅਕਸਰ ਉਮਰ ਦੇ ਹਿਸਾਬ ਨਾਲ ਆਈ ਜਾਂਦੀਆਂ ਨੇ। ਸੋ ਇਹ 150 ਸਾਲ ਵਾਲੀਆਂ ਕਹਾਣੀਆਂ ਨੇ, ਇਹ ਕੇਵਲ ਲੋਕਾਂ ਦਾ ਝੂਠ ਵੱਢਿਆ ਹੋਇਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਨਾਲੇ ਜੇ ਉਹਦੀ ਉਮਰ 150 ਸਾਲ ਦੀ ਹੋ ਵੀ ਗਈ ਤਾਂ ਉਹਨੇ ਲੋਕਾਂ ਦੇ ਭਲੇ ਵਾਸਤੇ ਕੀ ਕੰਮ ਕੀਤਾ, ਅਸੀਂ ਤਾਂ ਇਹ ਵੇਖਣਾ। ਸਾਡੇ ਗੁਰੂ ਸਾਹਿਬ ਦੀ ਉਮਰ ਭਾਵੇਂ ਛੋਟੀ ਸੀ, ਪਰ ਉਹਨਾਂ ਨੇ ਪਰਉਪਕਾਰ ਵਾਸਤੇ ਬੇਅੰਤ ਕੰਮ ਕੀਤੇ ਨੇ। ਉਹਨਾਂ ਨੇ ਥੋੜ੍ਹੀ ਉਮਰ ਦੇ ਵਿੱਚ ਵੀ ਬਹੁਤ ਪਰਉਪਕਾਰ ਕਰ ਦਿੱਤੇ। ਅਤੇ ਸ਼੍ਰੀ ਚੰਦ ਨੇ ਜੇ 150 ਸਾਲ ਦੀ ਉਮਰ ਮੰਨ ਵੀ ਲਈਏ ਤਾਂ 150 ਸਾਲ ਦੇ ਵਿੱਚ ਵੀ ਕੋਈ ਚੰਗਾ ਕੰਮ, ਪਰਉਪਕਾਰ ਦਾ ਕੰਮ ਉਹਨੇ ਸਮਾਜ ਦੇ ਭਲੇ ਵਾਲਾ ਨਹੀਂ ਕੀਤਾ। ਉਹ ਤਾਂ ਆਪ ਹੀ ਕੱਪੜੇ ਲਾ ਕੇ, ਸਵਾਹ ਸਿਰ 'ਚ ਪਾ ਕੇ, ਲੰਗੋਟੀ ਪਾ ਕੇ, ਉਹ ਤਾਂ ਘਰ ਘੜ ਤਿਆਗ ਕੇ ਘਰੋਂ ਭਗੌੜਾ ਹੋ ਗਿਆ। ਸਾਡਾ ਉਹਨੇ ਕੀ ਸੰਵਾਰਨਾ ਹੈ? ਉਹ ਖੁਦ ਗੁਰੂ ਤੋਂ ਬੇਮੁਖ ਸੀ ਅਤੇ ਅਸੀਂ ਉਹਦੇ ਤੋਂ ਕੀ ਲੈਣਾ ਹੈ? ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ। ਸਵਾਲ ਨੰਬਰ 444, ਇਹ ਵੀ ਭਾਈ ਸਤਪਾਲ ਸਿੰਘ ਲੀਹਾਂ ਦਾ ਸਵਾਲ ਹੈ। ਇਹਨਾਂ ਦਾ ਇਹ ਸਵਾਲ ਹੈ ਕਿ ਕੀ ਸ਼੍ਰੀ ਚੰਦ ਨੇ ਆਪਣੀ ਗੱਦੀ ਚਲਾਈ ਸੀ? ਇਸ ਦੀ ਕੀ ਲੋੜ ਪੈ ਗਈ ਸੀ? ਗੁਰੂ ਪਿਆਰ ਵਾਲਿਓ, ਇਹ ਗੱਦੀਆਂ ਲੋੜ ਵਾਸਤੇ ਨਹੀਂ ਹੁੰਦੀਆਂ, ਇਹ ਤਾਂ ਹਉਮੈ ਹੰਕਾਰ ਵਾਸਤੇ ਹੁੰਦੀਆਂ ਨੇ, ਜਾਂ ਫਿਰ ਪੈਸਾ ਕਮਾਉਣ ਵਾਸਤੇ ਹੁੰਦੀਆਂ ਨੇ, ਜਾਂ ਫਿਰ ਆਪਣਿਆਂ ਦੇ ਜੜ੍ਹਾਂ 'ਚ ਤੇਲ ਦੇਣ ਵਾਸਤੇ ਹੁੰਦੀਆਂ ਨੇ। ਜਦੋਂ ਸਾਡੇ ਘਰਾਂ ਦੇ ਵਿੱਚ ਠੀਕ ਢੰਗ ਨਾਲ ਅਸੀਂ ਚੱਲ ਰਹੇ ਹੋਈਏ
ਪਰਿਵਾਰ ਦੇ ਵਿੱਚ ਏਕਤਾ ਹੋਵੇ, ਇਤਫਾਕ ਹੋਵੇ, ਸਿਆਣਪ ਨਾਲ ਸਾਰੇ ਫੈਸਲੇ ਲੈ ਰਹੇ ਹੋਈਏ ਤਾਂ ਕਈ ਬੰਦੇ ਆਪ ਤਾਂ ਕੋਈ ਵੱਡਾ ਚੰਗਾ ਕੰਮ ਕਰ ਨਹੀਂ ਸਕਦੇ, ਪਰ ਦੂਜਿਆਂ ਦੇ ਰਾਹ ਦਾ ਰੋੜਾ ਬਣ ਜਾਂਦੇ ਨੇ ਤੇ ਕਈ ਬਗਾਨਿਆਂ ਦੇ ਹੱਥ ਠੋਕੇ ਬਣ ਜਾਂਦੇ ਨੇ, ਕਈ ਰਿਸ਼ਵਤਾਂ ਲੈ ਕੇ ਵਿਕ ਜਾਂਦੇ ਨੇ ਤੇ ਕਈ ਆਪ ਗੱਦੀਆਂ ਪ੍ਰਾਪਤ ਕਰਨ ਵਾਸਤੇ ਆਪਣਿਆਂ ਨੂੰ ਕਤਲ ਤੱਕ ਵੀ ਕਰਵਾ ਦਿੰਦੇ ਨੇ। ਇਹ ਤਾਂ ਅੱਜ ਤੱਕ ਵੀ ਚੱਲਦਾ ਆ ਰਿਹਾ ਹੈ। ਸ਼੍ਰੀ ਚੰਦ ਨੇ ਆਪਣੀ ਗੱਦੀ ਇਸ ਕਰਕੇ ਚਲਾਈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਗੱਦੀ ਦੇ ਯੋਗ ਨਹੀਂ ਜਾਣਿਆ। ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀ ਜ਼ਿੰਮੇਵਾਰੀ ਯੋਗ ਜਾਣ ਕੇ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤੇ ਸ਼੍ਰੀ ਚੰਦ ਨੂੰ ਇਉਂ ਲੱਗਦਾ ਸੀ, ਕਿਉਂਕਿ ਅਸੀਂ ਅੱਜ ਵੀ ਜਦੋਂ ਦੇਖਦੇ ਹਾਂ ਕਿ ਆਪਣੀ ਸਾਰੀ ਜ਼ਮੀਨ ਜਾਇਦਾਦ, ਧਨ ਦੌਲਤ, ਰੁਪਇਆ, ਪੈਸਾ ਸਭ ਕੁਝ ਆਪਣੇ ਪੁੱਤਰ ਨੂੰ ਦੇਣਾ ਚਾਹੁੰਦੇ ਆ ਤੇ ਜੇ ਕੋਈ ਬੰਦਾ ਆਪਣੇ ਪੁੱਤਰ ਨੂੰ ਨਾਲਾਇਕ ਜਾਣ ਕੇ ਬੇਦਖਲ ਕਰ ਦੇਵੇ ਤਾਂ ਹਾਹਾਕਾਰ ਮਚ ਜਾਂਦੀ ਹੈ ਤੇ ਉਹ ਸਾਰਾ ਕੁਝ ਕਿਸੇ ਹੋਰ ਨੂੰ ਦੇ ਦੇਵੇ, ਫਿਰ ਤਾਂ ਮਾਨੋ ਇੱਕ ਤਰ੍ਹਾਂ ਦਾ ਚਾਰੇ ਪਾਸੇ ਤੂਫਾਨ ਆ ਜਾਂਦਾ ਵੀ ਇਹਨੇ ਆਪਣੇ ਪੁੱਤਰ ਨੂੰ ਛੱਡ ਕੇ ਹੋਰ ਕਿਸੇ ਨੂੰ ਸਾਰਾ ਕੁਝ ਕਿਉਂ ਦੇ ਦਿੱਤਾ। ਤੋ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 500 550 ਸਾਲ ਪਹਿਲਾਂ ਆਪਣੀ ਸਾਰੀ ਜ਼ਮੀਨ ਜਾਇਦਾਦ ਹੀ ਨਹੀਂ ਬਲਕਿ ਵੱਡੀਆਂ ਜ਼ਿੰਮੇਵਾਰੀਆਂ ਉਹ ਸਾਰੀਆਂ ਭਾਈ ਲਹਿਣਾ ਜੀ ਦੇ ਹਵਾਲੇ ਕਰ ਦਿੱਤੀਆਂ ਤੇ ਉਹਨਾਂ ਦੀ ਹਮਾਇਤ ਦੇ ਵਿੱਚ, ਭਾਈ ਲਹਿਣਾ ਜੀ ਦੀ ਹਮਾਇਤ ਦੇ ਵਿੱਚ ਕਿੰਨੇ ਕੁ ਲੋਕ ਆਏ ਹੋਣਗੇ ਇਹ ਤਾਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਉਹਨਾਂ ਨੂੰ ਸ਼੍ਰੀ ਚੰਦ ਅਤੇ ਸ਼੍ਰੀ ਚੰਦ ਦੇ ਹਮਾਇਤੀਆਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਅਖੀਰ 'ਚ ਕਰਤਾਰਪੁਰ ਨੂੰ ਛੱਡ ਕੇ ਉਹਨਾਂ ਨੂੰ ਖਡੂਰ ਆਉਣਾ ਪਿਆ ਤੇ ਆ ਕੇ ਆਪਣਾ ਜਿੰਨਾ ਕਰ ਸਕਦੇ ਸੀ ਉਹ ਧਰਮ ਪ੍ਰਚਾਰ ਦੀ, ਲੋਕਾਂ ਨੂੰ ਜਗਾਉਣ ਦੀ ਉਹ ਸੇਵਾ ਕਰਦੇ ਰਹੇ। ਇਸ ਤਰ੍ਹਾਂ ਇਹ ਸ਼੍ਰੀ ਚੰਦ ਨੇ ਉਹਨਾਂ ਦਾ ਵਿਰੋਧ ਦੇ ਵਿੱਚ ਜਿੰਨਾ ਉਹ ਕੰਮ ਕਰ ਸਕਦਾ ਸੀ ਉਹ ਕੀਤਾ। ਬਾਕੀ ਗੁਰੂਆਂ ਦੇ ਵਿਰੁੱਧ ਵੀ ਉਹਨੇ ਕੰਮ ਕੀਤਾ ਤੇ ਉਹਨੇ ਧਿਆਨ ਦੇਣ ਦੀ ਗੱਲ ਇਹ ਹੈ ਕਿ ਸ਼੍ਰੀ ਚੰਦ ਨੂੰ ਕਿਸੇ ਹਕੂਮਤ ਨੇ ਕਦੇ ਗ੍ਰਿਫਤਾਰ ਨਹੀਂ ਕੀਤਾ, ਕਦੇ ਜੇਲ੍ਹ 'ਚ ਨਹੀਂ ਸੁੱਟਿਆ ਤੇ ਇਹਨਾਂ ਨੂੰ ਤੇ ਇਹਦੇ ਚੇਲਿਆਂ ਨੂੰ ਸ਼ਹੀਦ ਵੀ ਨਹੀਂ ਕੀਤਾ, ਕਦੇ ਇਹਨਾਂ ਨੂੰ ਜੰਗ ਯੁੱਧ ਨਹੀਂ ਲੜਨਾ ਪਿਆ। ਬੈਠੇ ਬਿਠਾਇਆਂ ਨੂੰ ਸਾਰਾ ਕੁਝ ਇਹਨਾਂ ਨੂੰ ਮਿਲਦਾ ਰਿਹਾ। ਗੱਦੀਆਂ ਲੈਣ ਦੇ ਵਿੱਚ ਵੀ, ਜ਼ਮੀਨਾਂ ਜਾਇਦਾਦਾਂ ਪ੍ਰਾਪਤ ਕਰਨ ਦੇ ਵਿੱਚ ਵੀ ਸਗੋਂ ਹਕੂਮਤਾਂ ਇਹਨਾਂ ਦੀ ਸਹਾਇਤਾ ਕਰਦੀਆਂ ਰਹੀਆਂ। ਸੋ ਸ਼੍ਰੀ ਚੰਦ ਨੇ ਆਪਣੀ ਗੱਦੀ ਆਪਣੀ ਨਾਮ ਵਾਸਤੇ, ਆਪਣੀ ਐਸ਼ਪ੍ਰਸਤੀ ਵਾਸਤੇ ਉਹ ਚਲਾਈ ਸੀ ਕਿ ਮੇਰਾ ਪਿਤਾ ਇੰਨਾ ਮਹਾਨ ਹੈ ਤੇ ਉਹਦਾ ਵਾਰਸ ਹੁਣ ਮੈਂ ਬਣਾਂਗਾ। ਪਰ ਗੁਰੂ ਨਾਨਕ ਸਾਹਿਬ ਨੂੰ ਇਹ ਪ੍ਰਵਾਨ ਨਹੀਂ ਸੀ। ਉਹਨਾਂ ਨੇ ਯੋਗਤਾਵਾਂ ਪਰਖ ਕੇ ਗੱਦੀ ਦਿੱਤੀ ਉਹ ਭਾਈ ਲਹਿਣਾ ਜੀ ਨੂੰ, ਜਿਹਨੇ ਕਿ ਕਾਮਯਾਬੀ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ, ਭਾਵੇਂ ਮੁਸ਼ਕਲਾਂ ਮੁਸੀਬਤਾਂ ਕਿੰਨੀਆਂ ਵੀ ਆਈਆਂ। ਤੋਂ ਇਸ ਕਰਕੇ ਅਸੀਂ ਗੁਰੂ ਅੰਗਦ ਸਾਹਿਬ ਨੂੰ ਬਾਰ-ਬਾਰ ਨਮਸਕਾਰ ਕਰਦੇ ਹਾਂ। ਜਦੋਂ ਕਿ ਸ਼੍ਰੀ ਚੰਦ ਬਾਰੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਵਿਰੋਧ ਦੇ ਵਿੱਚ ਕਿ ਇਹਨੇ ਆਪਣੇ ਪਿਤਾ ਦਾ ਹੁਕਮ ਨਹੀਂ ਮੰਨਿਆ ਤੇ ਭਾਈ ਗੁਰਦਾਸ ਨੇ ਵੀ ਸ਼੍ਰੀ ਚੰਦ ਆਦਿਕ ਦੇ ਵਿਰੋਧ ਦੇ ਵਿੱਚ ਆਪਣੀਆਂ ਵਾਰਾਂ 'ਚ ਲਿਖਿਆ ਹੋਇਆ ਹੈ। ਤੇ ਇਸੇ ਤਰ੍ਹਾਂ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀ ਹੈ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚੈਨ ਛੱਟੀ ਹੈ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਉਹਨਾਂ ਦਾ ਹੁਕਮ ਨਾ ਮੰਨਿਆ। ਇਹ ਭਾਈ ਗੁਰਬਾਣੀ ਦੇ ਵਿੱਚ ਬਕਾਇਦਾ ਇਹ ਪੰਕਤੀਆਂ ਸੱਤੇ ਬਲਵੰਡ ਦੀ ਵਾਰ ਦੇ ਵਿੱਚ ਮੌਜੂਦ ਨੇ, ਤੁਸੀਂ ਵੇਖ ਸਕਦੇ ਹੋ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵੀ ਇਹ ਸਾਰਾ ਕੁਝ ਮੌਜੂਦ ਹੈ। ਸੋ ਸ਼੍ਰੀ ਚੰਦ ਦਾ ਸਾਡੇ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ। ਉਹ ਸਿੱਖ ਧਰਮ ਨੂੰ ਛੱਡ ਕੇ ਸਾਧਵਾਦੀ ਬਣ ਗਿਆ ਸੀ, ਲੰਗੋਟੀ ਪਾ ਲਈ ਸੀ। ਜਿਹੜੇ ਫਿਰ ਸ਼੍ਰੀ ਚੰਦ ਨੂੰ ਮੰਨਣ ਵਾਲੇ ਨੇ ਉਹ ਫਿਰ ਕੱਪੜੇ ਲੀੜੇ ਤਿਆਗ ਦੇਣ, ਸਿਰ 'ਚ ਸੁਆਹ ਪਾ ਲੈਣ, ਲੰਗੋਟੀਆਂ ਰੱਖ ਲੈਣ, ਬਾਕੀ ਕੱਪੜੇ ਉਤਾਰ ਦੇਣ, ਘਰ ਘਾਟ ਛੱਡ ਕੇ ਜੰਗਲਾਂ 'ਚ ਜਾ ਬਸਣ। ਫਿਰ ਤਾਂ ਅਸੀਂ ਮੰਨ ਲਵਾਂਗੇ ਕਿ ਉਹਨਾਂ ਦੇ ਚੇਲੇ ਨੇ ਤੇ ਉਹਨਾਂ ਨੂੰ ਫਿਰ ਸ਼ਹਿਰਾਂ 'ਚ ਆਉਣ ਦੀ ਜਾਂ ਫਿਰ ਪੂਜਾ ਕਰਾਉਣ ਦੀ ਕੀ ਲੋੜ ਪਈ ਹੈ। ਉਹ ਤਾਂ ਜੰਗਲਾਂ 'ਚ ਰਹਿੰਦੇ ਸੀ ਤੇ ਅੱਜ ਹਾਲਾਤ ਬਦਲ ਗਏ ਨੇ। ਆਪਾਂ ਗੁਰੂ ਸਾਹਿਬ ਨੂੰ ਸਮਝੀਏ, ਜਾਣੀਏ ਕਿ ਉਹਨਾਂ ਨੇ ਸਾਡੇ ਵਾਸਤੇ ਕਿੰਨੇ ਚੰਗੇ ਕੰਮ ਕੀਤੇ ਨੇ। ਸ਼੍ਰੀ ਚੰਦ ਵਰਗੇ ਅੱਜ ਵੀ ਬਹੁਤ ਤੁਰੇ ਫਿਰਦੇ ਨੇ, ਸਾਡਾ ਉਹਨਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਸਵਾਲ ਨੰਬਰ 445 ਭਾਈ ਗੁਰਜਿੰਦਰ ਸਿੰਘ ਪਿੰਡ ਖਿੱਚੀਆਂ, ਇਹਨਾਂ ਦਾ ਸਵਾਲ ਹੈ ਕਿ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੋ ਜਾਂਦੇ ਹਨ। ਸਾਡੇ ਗਿਆਨੀ ਤਾਂ ਇਹੋ ਕੁਝ ਸਟੇਜਾਂ ਦੇ ਉੱਤੇ ਸਾਨੂੰ ਸੁਣਾਉਂਦੇ ਨੇ। ਗੁਰੂ ਪਿਆਰ ਵਾਲਿਓ, ਜੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਦੁੱਖ ਦੂਰ ਹੋ ਸਕਦੇ ਹੁੰਦੇ ਤਾਂ ਕੋਈ ਵੀ ਹਸਪਤਾਲ ਬਣਾਉਣ ਦੀ ਲੋੜ ਨਹੀਂ ਸੀ ਪੈਣੀ। ਦੁਨੀਆ 'ਚ ਕਿਤੇ ਵੀ ਹਸਪਤਾਲ ਫਿਰ ਨਾ ਬਣਦੇ। ਇਹ ਸਾਰਾ ਕੁਝ ਝੂਠ ਹੈ। ਅਸਲ ਦੇ ਵਿੱਚ ਪੁਰਾਤਨ ਸਮਿਆਂ 'ਚ ਸਾਫ਼ ਸਫਾਈ ਵਾਸਤੇ ਕਹਿ ਦਿੱਤਾ ਜਾਂਦਾ ਸੀ
कि भाई जे तंदुरुस्त रहना है तो इशनान कर लो, आ सरोवर इत्थे हैगा, कपड़े धो लो, इशनान कर लो, पानी दीयां लोड़ां पूरीਆਂ कर लो, नहीं तो बीमारियां लग जाणगीਆਂ। ਅੱਗੇ ਤਾਂ ਪਾਣੀ ਦੀ ਕਮੀ ਹੋਣ ਕਰਕੇ, ਅਕਲ ਦੀ ਘਾਟ ਹੋਣ ਕਰਕੇ ਲੋਕੀ ਕਿੰਨੇ ਕਿੰਨੇ ਦਿਨ ਨਹਾਉਂਦੇ ਨਹੀਂ ਸੀ। ਇਸੇ ਕਰਕੇ ਕਈਆਂ ਖਾਸ ਦਿਨਾਂ ਨੂੰ ਪਵਿੱਤਰ ਕਹਿ ਦਿੱਤਾ ਗਿਆ ਕਿ ਇਹਨਾਂ ਦਿਨਾਂ 'ਤੇ ਇਸ਼ਨਾਨ ਕਰਨ ਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ। ਉਹ ਤਾਂ ਕਿਹਾ ਜਾਂਦਾ ਸੀ ਕਿ ਮੂਰਖ ਲੋਕ ਆਮ ਤੌਰ 'ਤੇ ਨਹਾਉਂਦੇ ਨਹੀਂ ਸੀ ਅਤੇ ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਰਾਹੀਂ ਨਹਾਉਣ ਵਾਸਤੇ ਤਿਆਰ ਕੀਤਾ ਜਾਂਦਾ ਸੀ। ਤੋ ਸਰੋਵਰਾਂ ਦੇ ਨਾਲ ਕੋਈ ਇਹੋ ਜਿਹੀ ਮਹਾਨਤਾ ਨਹੀਂ ਹੈ। ਅਤੇ ਫਿਰ ਦੁਨੀਆ ਦੇ ਵਿੱਚ ਕਿੰਨੇ ਸਰੋਵਰ ਨੇ, ਕਿੰਨੇ ਦਰਿਆ ਨੇ, ਅਤੇ ਉਹ ਸਾਰੇ ਹੀ ਪਵਿੱਤਰ ਹੋ ਗਏ। ਆਪੋ ਆਪਣੇ ਮੰਨਣ ਵਾਲੇ ਲੋਕ ਉਹਨਾਂ ਨੂੰ ਸਾਰੇ ਹੀ ਪਵਿੱਤਰ ਆਖੀ ਜਾਂਦੇ ਨੇ। ਗੰਗਾ ਪਹਾੜਾਂ 'ਚੋਂ ਨਿਕਲਦੀ ਹੈ, ਜਾ ਕੇ ਸਮੁੰਦਰ 'ਚ ਪੈ ਜਾਂਦੀ ਹੈ। ਹਜ਼ਾਰਾਂ ਥਾਵਾਂ 'ਤੇ ਲੋਕ ਇਸ਼ਨਾਨ ਕਰਦੇ ਨੇ, ਉਹ ਸਾਰੇ ਹੀ ਪਵਿੱਤਰ ਹੋਈ ਜਾਂਦੇ ਨੇ। ਦੂਜੇ ਪਾਸੇ ਸਾਰੇ ਸ਼ਹਿਰਾਂ ਦਾ ਜਿੱਥੋਂ ਦੀ ਗੰਗਾ ਲੰਘਦੀ ਹੈ, ਗੰਦਾ ਪਾਣੀ ਵੀ ਉਸ ਦੇ ਵਿੱਚ ਪੈਂਦਾ ਰਹਿੰਦਾ ਹੈ। ਸਾਡੇ ਵਾਲੇ ਜਿਹੜੇ ਪੰਜਾਬ ਦੇ ਦਰਿਆ ਨੇ, ਉਹਨਾਂ ਦੇ ਵਿੱਚ ਵੀ ਗੰਦਾ ਪਾਣੀ ਸ਼ਹਿਰਾਂ ਦਾ ਉਹ ਪੈਂਦਾ ਹੈ ਅਤੇ ਉਹਨੂੰ ਸਾਫ਼ ਸਫਾਈ ਕਰਕੇ ਵਰਤਣ ਦੇ ਯੋਗ ਬਣਾਉਣ ਦਾ ਵੀ ਉਪਰਾਲਾ ਕੀਤਾ ਜਾਂਦਾ ਹੈ। ਅਤੇ ਇਸੇ ਤਰ੍ਹਾਂ ਇਹ ਪਾਣੀ ਦੀ ਪਵਿੱਤਰਤਾ ਨਹੀਂ ਹੁੰਦੀ, ਪਾਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਹੈ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਪਾਣੀ ਚਿੱਤ ਨਾ ਧੋ ਪਈ, ਮੁਖ ਪੀਤਾ ਤਿਖ ਜਾਏ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਉਹ ਭਾਈ ਪਾਣੀ ਮਨ ਦੀਆਂ ਬੁਰਾਈਆਂ ਨੂੰ, ਵਿਕਾਰਾਂ ਨੂੰ ਸਾਫ਼ ਨਹੀਂ ਕਰਦਾ। ਮੂੰਹ ਦੇ ਰਾਹੀਂ ਪਾਣੀ ਪੀ ਲਈਏ ਤਾਂ ਪਿਆਸ ਬੁੱਝ ਜਾਂਦੀ ਹੈ, ਸਰੀਰ ਤੰਦਰੁਸਤ ਹੁੰਦਾ, ਲੋੜਾਂ ਪੂਰੀਆਂ ਹੁੰਦੀਆਂ ਨੇ ਪਾਣੀ ਪੀਣ ਦੇ ਨਾਲ। ਅਤੇ ਪਾਣੀ ਪਿਤਾ ਜਗਤ ਕਾ ਭਾਵ ਕਿ ਇਹ ਪਾਣੀ ਮੁੱਢ ਹੈ, ਇਹਦੇ ਰਾਹੀਂ ਜੀਵ ਜੰਤੂ ਜਨਮ ਲੈਂਦੇ ਨੇ, ਜਿਉਂਦੇ ਰਹਿੰਦੇ ਨੇ। ਫਿਰ ਪਾਣੀ ਸਭ ਖਾਏ, ਅਤੇ ਜਿਹੜੇ ਪਾਣੀ ਦੇ ਵਿੱਚ ਚੀਜ਼ਾਂ ਡਿੱਗ ਪੈਂਦੀਆਂ ਨੇ, ਮੌਤ ਹੋ ਜਾਂਦੀ ਹੈ, ਉਹ ਫਿਰ ਉੱਥੇ ਗਲ ਵੀ ਜਾਂਦੇ ਨੇ, ਮਰ ਵੀ ਜਾਂਦੇ ਨੇ। ਤੋ ਇਸ ਤਰ੍ਹਾਂ ਦੀਆਂ ਉਦਾਹਰਣਾਂ ਗੁਰਬਾਣੀ 'ਚ ਬਹੁਤ ਸਾਰੀਆਂ ਮੌਜੂਦ ਨੇ, ਜਿਹੜੀਆਂ ਕਿ ਵਿਗਿਆਨਕ ਕਸਵੱਟੀ 'ਤੇ ਖਰੀਆਂ ਉਤਰਦੀਆਂ ਨੇ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਦੁਰਮਤ ਭਾਗਹੀਣ ਮਤ ਫੀਕੇ, ਨਾਮ ਸੁਣਤ ਆਵੈ ਮਨ ਰੋਹੈ। ਇਹ ਭੈੜੀ ਮੱਤ ਵਾਲੇ ਲੋਕ ਜਿਨ੍ਹਾਂ ਦਾ ਦਿਮਾਗ ਘੱਟ ਹੈ, ਉਹ ਕੌੜਾ ਬੋਲਦੇ ਨੇ। ਜਦੋਂ ਉਹਨਾਂ ਨੂੰ ਚੰਗੀ ਅਕਲਮੰਦੀ ਵਾਲੀ ਗੱਲ ਸੁਣਾਈਏ ਤਾਂ ਗੁੱਸੇ ਵਿੱਚ ਆ ਜਾਂਦੇ ਨੇ ਕਿ ਤੂੰ ਸਾਡੀ ਸ਼ਰਧਾ ਕਿਉਂ ਤੋੜਦਾ। ਅਤੇ ਕੌਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਟੈ ਵਿਸ਼ਟਾ ਖਾਏ ਮੁਖ ਗੋਹੈ। ਜੇ ਕਾਂ ਵਾਲੀ, ਜਿਵੇਂ ਕਾਂ ਨੂੰ ਆਪਾਂ ਚੰਗੀਆਂ ਚੀਜ਼ਾਂ ਖਾਣ ਨੂੰ ਦਈਏ, ਉਹਨੂੰ ਪਸੰਦ ਨਹੀਂ ਆਉਂਦੀਆਂ, ਉਹ ਤਾਂ ਗੰਦਗੀ ਵਗੈਰਾ ਖਾਂਦਾ ਹੈ। ਇਸੇ ਤਰ੍ਹਾਂ ਬੁੱਧੀ ਭ੍ਰਿਸ਼ਟ ਜਿਨ੍ਹਾਂ ਲੋਕਾਂ ਦੀ ਹੋ ਜਾਂਦੀ ਹੈ, ਉਹਨਾਂ ਨੂੰ ਚੰਗੀ ਮੱਤ ਦੇਣ ਦਾ ਯਤਨ ਕਰੀਏ, ਉਹ ਵੀ ਤੜਫਦੇ ਨੇ, ਬਿਲਕਦੇ ਨੇ ਕਿ ਸਾਨੂੰ ਇਹੋ ਜਿਹੀ ਗੱਲ ਨਾ ਆਖੋ ਜੀ, ਜਿਹੜਾ ਕੋਈ ਸਾਨੂੰ ਚੰਗਾ ਲੱਗਦਾ ਅਸੀਂ ਤਾਂ ਉਹੀ ਕਰਾਂਗੇ। ਅੰਮ੍ਰਿਤਸਰ ਸਤਿਗੁਰ ਸਤਵਾਦੀ। ਅੰਮ੍ਰਿਤਸਰ ਕੀ ਹੈ? ਉਹ ਹੈ ਸਾਡਾ ਸਤਿਗੁਰੂ, ਗਿਆਨ ਗੁਰੂ ਹੈ ਸਾਡਾ, ਗਿਆਨ ਹੀ ਸਤਿਗੁਰੂ ਹੈ ਸਾਡਾ। ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਵੀ ਗਿਆਨ ਨੂੰ ਗੁਰੂ ਅਨੇਕਾਂ ਥਾਵਾਂ 'ਤੇ ਆਖਿਆ ਕਿ ਇਹ ਮੇਰਾ ਗੁਰੂ ਹੈ। ਤੁਸੀਂ ਆਸਾ ਕੀ ਵਾਰ ਪੜ੍ਹ ਲਓ, ਹੋਰ ਬਾਣੀਆਂ ਪੜ੍ਹ ਲਓ, ਸ਼ਬਦ ਗੁਰੂ ਸੁਰਤ ਧੁਨ ਚੇਲਾ ਆਦਿਕ ਬੜੀਆਂ ਪੰਕਤੀਆਂ ਆਉਂਦੀਆਂ ਨੇ। ਅਤੇ ਅੰਮ੍ਰਿਤਸਰ ਸ਼ਹਿਰ ਤਾਂ ਬਾਅਦ ਦੇ ਵਿੱਚ ਬਣਿਆ। ਗੁਰੂ ਨਾਨਕ ਸਾਹਿਬ ਦੇ ਸਮੇਂ 'ਤੇ ਤਾਂ ਅੰਮ੍ਰਿਤਸਰ ਸ਼ਹਿਰ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਉਹਨਾਂ ਨੇ ਵੀ ਅੰਮ੍ਰਿਤਸਰ ਸ਼ਬਦ ਵਰਤਿਆ ਅਤੇ ਨਾਮਦੇਵ ਨੇ ਵੀ ਅੰਮ੍ਰਿਤਸਰ ਸ਼ਬਦ ਵਰਤਿਆ ਹੋਇਆ ਆਪਣੀ ਬਾਣੀ 'ਚ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤਾ ਕਊਆ ਹੰਸ ਹੋਹੈ। ਗੁਰੂ ਦੇ ਗਿਆਨ ਦੇ ਨਾਲ ਕਾਂ ਵਰਗੀ ਭੈੜੀ ਬੁੱਧੀ ਵਾਲੇ, ਹੰਸ ਵਰਗੀ ਬਿਰਤੀ ਵਾਲੇ ਇਨਸਾਨ ਬਣ ਜਾਂਦੇ ਨੇ। ਭਾਵ ਕਾਂ ਦਾ ਜਿਹੜਾ ਰੁਤਬਾ ਹੈ ਉਹ ਨੀਵੇਂ ਥਾਂ 'ਤੇ ਹੈ, ਹੰਸ ਦਾ ਰੁਤਬਾ ਸਮਾਜ ਦੇ ਵਿੱਚ ਅਤੇ ਗੁਰਬਾਣੀ ਦੇ ਵਿੱਚ ਬਹੁਤ ਉੱਚੇ ਦਰਜੇ ਦਾ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਆਖਿਆ ਕਿ ਤੁਸੀਂ ਕਾਂ ਦੀ ਬਿਰਤੀ ਵਾਲੇ ਨਾ ਬਣੋ, ਹੰਸ ਦੀ ਬਿਰਤੀ ਵਾਲੇ ਬਣੋ, ਭਾਵ ਕਿ ਉੱਚੇ ਅਕਲ ਵਾਲੇ ਇਨਸਾਨ ਬਣੋ। ਨਾਨਕ ਧੰਨ ਧੰਨ ਵੱਡੇ ਵਡਭਾਗੀ, ਜਿਨ ਗੁਰਮਤਿ ਨਾਮ ਹਿਰਦੈ ਮਲ ਧੋਹੈ। ਭਾਈ ਉਹ ਧੰਨਤਾ ਦੇ ਯੋਗ ਨੇ, ਉਹ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਗੁਰੂ ਤੋਂ ਮੱਤ ਲੈ ਲਈ, ਆਪਣੇ ਹਿਰਦੇ ਦੇ ਵਿੱਚੋਂ, ਦਿਮਾਗ ਦੇ ਵਿੱਚੋਂ ਵਿਕਾਰਾਂ ਦੀ ਮੈਲ ਧੋ ਕੇ ਸੁੱਟ ਦਿੱਤੀ ਅਤੇ ਚੰਗੇ ਇਨਸਾਨ ਬਣ ਗਏ, ਗੁਣਵਾਨ ਬਣ ਗਏ। ਅਤੇ ਇੱਥੇ ਤਾਂ ਗੁਰੂ ਨਾਨਕ ਸਾਹਿਬ ਨੇ ਇੱਥੋਂ ਤੱਕ ਆਖਿਆ
ਕਿ ਤੁਸੀਂ ਪ੍ਰਚਾਰ ਕਰਦੇ ਹੋ ਗੰਗਾ ਬੜੀ ਪਵਿੱਤਰ ਹੈ, ਉੱਥੇ ਜੇ ਕੇਸ ਮਨਾ ਦਈਏ ਜਾ ਕੇ, ਗੰਗਾ ਦੇ ਅਰਪਣ ਕਰ ਦਈਏ ਵਾਲ ਆਪਣੇ ਸਿਰ ਦੇ, ਤਾਂ ਉਹਦੇ ਨਾਲ ਬਹੁਤ ਫਲ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਕਰਾਰੀ ਚੋਟ ਕੀਤੀ ਹੈ, ਕਹਿੰਦੇ ਨੇ ਮੂੰਡ ਮੰਡਾਇਐ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ। ਜੇ ਮੂੰਡ ਮੰਡਾਉਣ, ਸਿਰ ਮਨਾਉਣ ਦੇ ਨਾਲ ਕੋਈ ਵੱਡੀ ਪ੍ਰਾਪਤੀ ਹੋ ਸਕਦੀ ਹੋਵੇ, ਮੈਂ ਗੰਗਾ ਦੇ ਕਿਨਾਰੇ ਤੇ ਜਾ ਕੇ ਸਿਰ ਮਨਾਉਣ ਨੂੰ ਤਿਆਰ ਹਾਂ, ਪਰ ਇਹ ਸਾਰਾ ਝੂਠ ਹੈ। ਉੱਥੇ ਜਾ ਕੇ ਪਾਣੀ ਦੇ ਕਿਨਾਰੇ ਤੇ ਬੈਠ ਕੇ ਸਿਰ ਮਨਾਉਣਾ ਕੋਈ ਪ੍ਰਾਪਤੀ ਨਹੀਂ ਹੋਵੇਗੀ। ਮੂੰਡ ਮੰਡਾਇਐ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ। ਤ੍ਰਿਭਵਨ ਤਾਰਨਹਾਰ ਸੁਆਮੀ ਏਕ ਨ ਚੇਤਸ ਅੰਧਾ ਤਾ। ਪੰਨਾ 155। ਸਾਰਿਆਂ ਦਾ ਨਿਸਤਾਰਾ ਕਰਨ ਵਾਲਾ, ਮੁਕਤੀ ਦੇਣ ਵਾਲਾ, ਬੰਧਨ ਕੱਟਣ ਵਾਲਾ, ਰੋਜੀ ਰਿਜ਼ਕ ਦੇਣ ਵਾਲਾ, ਸਾਨੂੰ ਜੀਵਨ ਦਾਨ ਦੇਣ ਵਾਲਾ, ਉਹ ਤਾਂ ਇੱਕ ਸੁਆਮੀ ਪ੍ਰਭੂ ਪਰਮਾਤਮਾ, ਉਹਦਾ ਗਿਆਨ, ਉਹਦਾ ਨਿਯਮ, ਉਹਦੀ ਕੁਦਰਤ, ਇਹ ਸਾਰਾ ਕੁਝ ਤਾਂ ਅਸੀਂ ਇੱਥੋਂ ਲੈ ਰਹੇ ਹਾਂ। ਉਹਨੂੰ ਤੇ ਚੇਤਾ ਭੁਲਾ ਦਿੱਤਾ। ਅੰਨੇ ਲੋਕ ਗਿਆਨ ਤੋਂ ਰਹਿਤ ਮੂਰਖ ਬਣ ਚੁੱਕੇ ਨੇ ਤੇ ਦਰਿਆਵਾਂ ਨੂੰ, ਰੁੱਖਾਂ ਨੂੰ, ਪਸ਼ੂਆਂ ਨੂੰ ਅਤੇ ਹੋਰਨਾਂ ਅਨੇਕ ਚੀਜ਼ਾਂ ਨੂੰ ਤੇ ਪੂਜੀ ਜਾ ਰਹੇ ਨੇ, ਪਰ ਰੱਬ ਦੇ ਨਿਯਮ ਨੂੰ, ਉਹਦੀਆਂ ਦਾਤਾਂ ਨੂੰ, ਉਹਦੀ ਕੁਦਰਤ ਨੂੰ ਉਹ ਸਾਰਾ ਕੁਝ ਭੁੱਲ ਗਏ ਹੋਏ ਨੇ। ਤੇ ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਭਾਈ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੈ ਕੋਏ। ਭਾਈ ਜਦੋਂ ਮਨ ਦੇ ਵਿੱਚ ਬੁਰਾਈਆਂ ਨੇ ਤਾਂ ਸਰੀਰ ਨੂੰ ਜਿੰਨਾ ਮਰਜ਼ੀ ਧੋ ਲਓ, ਕਿਸੇ ਵੀ ਸਰੋਵਰ ਤੇ ਜਾ ਕੇ ਧੋ ਲਓ, ਕੋਈ ਫਰਕ ਨਹੀਂ ਪੈਣਾ। ਤੇ ਇਹ ਜਗਤ ਭਰਮ ਭੁਲਾਇਆ, ਇਹ ਸਾਰਾ ਸੰਸਾਰ ਭਰਮਾਂ 'ਚ ਪੈ ਗਿਆ ਤੇ ਕੋਈ ਵਿਰਲਾ ਹੈ ਜਿਹੜਾ ਇਸ ਅਸੂਲ ਨੂੰ ਸਮਝਦਾ। ਤੀਰਥ ਹਮਰਾ ਹਰ ਕੋ ਨਾਮ, ਸਾਡਾ ਤਾਂ ਤੀਰਥ ਹੈ ਜਿਹੜਾ ਪ੍ਰਭੂ ਪਰਮਾਤਮਾ ਦੀ ਯਾਦ ਹੈ। ਗੁਰ ਉਪਦੇਸਿਆ ਤਤ ਗਿਆਨ, ਸਾਨੂੰ ਤੇ ਸਾਡੇ ਗੁਰੂ ਨੇ ਇਹ ਤਤ ਗਿਆਨ ਨਿਚੋੜ ਪੇਸ਼ ਕਰਕੇ ਸਮਝਾ ਦਿੱਤਾ ਕਿ ਤੁਸੀਂ ਕਿਸੇ ਥਾਂ ਦੇ ਉੱਤੇ ਜਾ ਕੇ ਆਪਾਂ ਮੱਥੇ ਨਹੀਂ ਰਗੜਨੇ, ਇਸ਼ਨਾਨ ਕਰਨ ਦੇ ਚੱਕਰਾਂ 'ਚ ਨਹੀਂ ਪੈਣਾ। ਇਸ਼ਨਾਨ ਤਾਂ ਅੱਜ ਕੱਲ੍ਹ ਦਰਬਾਰ ਸਾਹਿਬ ਦੇ ਵਿੱਚ ਵੀ ਸਰੋਵਰ ਦੀ ਮਹਾਨਤਾ ਵੀ ਦੱਸੀ ਜਾਂਦੇ ਨੇ, ਉੱਥੇ ਪਾਣੀ ਵਾਲੀਆਂ ਟੂਟੀਆਂ ਵੀ ਲਾਈਆਂ ਪਈਆਂ ਨੇ ਕਿ ਇੱਥੇ ਪਹਿਲਾਂ ਭਾਈ ਨਹਾ ਧੋ ਲਓ, ਸਾਫ਼ ਸਫਾਈ ਕਰ ਲਓ ਤੇ ਫਿਰ ਪਾਣੀ ਦੇ ਵਿੱਚ ਚੁੱਭੀ ਲਾ ਲਿਓ। ਤੇ ਉੱਥੇ ਟੂਟੀਆਂ ਲਾਉਣ ਦੀ ਕੀ ਲੋੜ ਪਈ ਸੀ? ਇਹ ਸਾਰਾ ਕੁਝ ਬੜਾ ਹੈ ਜਿਹੜਾ ਕਿ ਸਾਡੇ ਅਜੇ ਤੱਕ ਸਮਝ ਨਹੀਂ ਆਇਆ। ਸਿਆਣੇ ਬਣੀਏ, ਗਿਆਨਵਾਨ ਬਣੀਏ ਤਾਂ ਕਿ ਇਹਨਾਂ ਬੰਧਨਾਂ ਤੋਂ ਆਪਾਂ ਮੁਕਤ ਹੋ ਸਕੀਏ। ਸੋ ਇੱਥੇ ਹੀ ਸਮਾਪਤ ਕਰਦੇ ਹਾਂ। 5 ਸਵਾਲਾਂ ਦੇ ਜਵਾਬ ਦੇਣ ਦਾ ਉਪਰਾਲਾ ਕੀਤਾ ਹੈ। ਉਮੀਦ ਹੈ ਤੁਸੀਂ ਇਸੇ ਤਰ੍ਹਾਂ ਦਿਲਚਸਪੀ ਦੇ ਨਾਲ ਸਵਾਲ ਜਵਾਬ ਜਿਹੜਾ ਐਪੀਸੋਡ ਨੇ ਇਹਨਾਂ ਨੂੰ ਸੁਣਦੇ ਰਹੋਗੇ ਅਤੇ ਆਪਣੀ ਦਿਲਚਸਪੀ ਦੇ ਨਾਲ ਹੋਰ ਸਵਾਲ ਭੇਜਦੇ ਰਹੋਗੇ। ਅਸੀਂ ਉਹਨਾਂ ਦੇ ਜਵਾਬ ਦੇਣ ਦਾ ਯਤਨ ਕਰਦੇ ਰਵਾਂਗੇ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।